ਸੋਰਠ ਮਹਿਲਾ ਪਹਿਲਾ। ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤੁਰ ਜਵਾਈ। ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ। माए बाप को बेटा नीका, ससुरै चतुर जवाई। बाल कन्या कहो बाप प्यारा, भाई कवत भाई। हुक्म भया बाहर घर छोड़िया, खिन मह भई पराई। नाम दान इशनान ना मन मुख, तित तन धूड़ तुम्हाई। मन मानिया नाम सखाई, पाए परौ गुर कै बलिहारै। जिन साची बूझ बुझाई। रहाओ जग स्यों झूठ प्रीत मन बेधिया, जन स्यों वाद रचाई। माया मगन अहनिस मग जो है, नाम न लेवै मरै बिख खाई। गंधन वैण रता हितकारी, शब्दै सुरत न आई। रंग न राता रस नहीं विद्या, मन मुख पत गवाई। साध सभा मह सहज ना चाखिया, जिह्बा रस नहीं राई। मन तन धन अपना कर जानिया, दर की खबर ना पाई। अखी मीट चलिया अंधियारा, घर दर दिसै न भाई। जमदर बाधा ठौर न पावै, अपना किया कमाई। नदर करे तां अखी वेखा, कहना कथन न जाई। कन्नी सुन सुन शब्द सलाही, ਅੰਮ੍ਰਿਤ ਹਿਰਦੈ ਵਸਾਈ। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਨਾਨਕ ਗੁਰ ਬਿਨ ਭਰਮ ਨ ਭਾਗੈ, ਸਚ ਨਾਮ ਵਡਿਆਈ। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਨਾਨਕ ਗੁਰ ਬਿਨ ਭਰਮ ਨਾ ਭਾਗੈ, ਸਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ,
ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕਰਦਿਆਂ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਰਹਿਮਤਾਂ ਦਾ ਦਰ ਖੁੱਲ੍ਹਿਆ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਇਸ ਪਾਵਨ ਉਪਦੇਸ਼ ਨੂੰ ਜਦੋਂ ਅਸੀਂ ਪੜ੍ਹਦੇ, ਸੁਣਦੇ ਅਤੇ ਵਾਚਦੇ ਹਾਂ, ਅਤੇ ਅੱਜ ਮਹਾਰਾਜ ਸਾਨੂੰ ਬੜੇ ਪਿਆਰ ਨਾਲ ਕਹਿੰਦੇ ਨੇ, ਭਾਈ ਤੁਸੀਂ ਆਪਣੇ ਗੁਰੂ ਕਰਤੇ ਨੂੰ ਸੇਵਾ ਕਰਦੇ ਹੋ ਨਾ, ਅਤੇ ਸੇਵਾ ਮਨ ਟਿਕਾ ਕੇ ਕਰਨਾ। ਮਹਾਰਾਜ ਕਿੱਦਾਂ ਕਰਿਆ ਕਰੀਏ? ਕਹਿਣ ਲੱਗੇ, ਹਸਤੀ ਸਿਰ ਜੋ ਅੰਕਸ਼ ਹੈ, ਅਹਰਣ ਜੋ ਸਿਰ ਦੇ। ਇਸ ਤਰ੍ਹਾਂ ਸੇਵਾ ਕਰਿਆ ਕਰੋ। ਗੁਰੂਦੇਵ ਕਿਰਪਾ ਕਰਨ ਸਾਨੂੰ ਇਹ ਸਮਝ ਆ ਜਾਏ ਕਿ ਹਾਥੀ ਦਾ ਅਤੇ ਅਹਰਣ ਦਾ ਜੋ ਉਦਾਹਰਣ ਮਹਾਰਾਜ ਨੇ ਵਰਤਿਆ ਹੈ, ਇਹ ਸਾਡੇ ਵਾਸਤੇ ਹੈ। ਸਾਡਾ ਮਨ ਜੋ ਹਾਥੀ ਦੀ ਤਰ੍ਹਾਂ ਅਮੋੜ ਹੈ, ਇਹ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਹਵਾਲੇ ਕਰ ਦੇਵੇ। ਜਿਵੇਂ ਹਾਥੀ ਨੇ ਆਪਣੀ ਤਾਕਤ ਨੂੰ ਆਪਣੇ ਮਹਾਵਤ ਦੇ ਕੁੰਡੇ ਦੇ ਹਵਾਲੇ ਕਰਤਾ ਹੁੰਦਾ, ਫਿਰ ਜੋ ਮਹਾਵਤ ਨੂੰ ਆਦੇਸ਼ ਦਿੰਦਾ ਹੈ ਹਾਥੀ ਉੱਦਾਂ ਹੀ ਕਰਦਾ ਹੈ। ਉਂਝ ਦੁਨਿਆਵੀ ਤੌਰ 'ਤੇ ਹਾਥੀ ਬਹੁਤ ਤਕੜਾ ਹੈ ਅਤੇ ਮਹਾਵਤ ਬਹੁਤ ਕਮਜ਼ੋਰ ਹੈ, ਪਰ ਉਹਦੇ ਆਦੇਸ਼ ਵਿੱਚ ਇੱਕ ਸਮਰੱਥਾ ਹੈ। ਹਾਥੀ ਉਹਨੂੰ ਮੰਨਦਾ ਹੈ। ਅਸੀਂ ਵੀ ਇੱਥੇ ਹੀ ਆਪਣੇ ਮਨ ਨੂੰ, ਜੋ ਆਪਣੇ ਆਪ 'ਚ ਹੋਵੇਗਾ ਰਾਜਾ, ਹੋਵੇਗਾ ਹਾਥੀ ਵਰਗਾ ਮੋੜ, ਪਰ ਇਹ ਸਮਝ ਲਈ ਕਿ ਸਾਡੇ ਮਹਾਵਤ ਕੋ ਸਮਰੱਥਾ ਬੜੀ ਹੈ। ਹਾਥੀ ਦੇ ਮਹਾਵਤ ਕੋ ਸਮਰੱਥਾ ਨਹੀਂ ਹੈ, ਉਹ ਤਾਂ ਹਾਥੀ ਦੇ ਮੰਨਣ 'ਤੇ ਹੀ ਟਿਕਿਆ ਹੈ। ਜਦੋਂ ਹਾਥੀ ਮੰਨਣਾ ਬੰਦ ਕਰ ਦਿੰਦਾ ਹੈ ਅਤੇ ਮਹਾਵਤ ਜਿਤਨਾ ਮਰਜ਼ੀ ਜ਼ੋਰ ਲਾ ਲੈ, ਫਿਰ ਕੋਈ ਫਰਕ ਨਹੀਂ ਪੈਂਦਾ। ਕਦੇ ਕਦੇ ਅਸੀਂ ਦੇਖਿਆ, ਗਾਹੇ ਬਗਾਹੇ ਖਬਰਾਂ ਅਕਸਰ ਆ ਜਾਂਦੀਆਂ ਨੇ ਵੀ ਹਾਥੀ ਮਸਤ ਹੋ ਗਿਆ, ਹਾਥੀ ਅਮੋੜ ਹੋ ਗਿਆ, ਹਾਥੀ ਭਟਕ ਗਿਆ। ਹੁਣ ਮਹਾਵਤ ਦੀ ਗੱਲ ਵੀ ਨਹੀਂ ਸੁਣਦਾ, ਕਿਉਂਕਿ ਮਹਾਵਤ ਕੋ ਤਾਕਤ ਇਤਨੀ ਥੋੜਾ ਕਿ ਹਾਥੀ ਨੂੰ ਰੋਕ ਲਏ। ਪਰ ਚੇਤਾ ਰੱਖੀਏ, ਸਾਡੇ ਮਹਾਵਤ ਕੋ ਤਾਕਤ ਬਹੁਤ ਜ਼ਿਆਦਾ ਹੈ। ਸਾਡਾ ਮਹਾਵਤ ਤੇ ਤਾਕਤ ਹੈ ਕਿ ਸਾਡੇ ਮਨ ਦੀ ਉਹਦੇ ਅੱਗੇ ਕੀਮਤ ਦੀ ਕੀੜੀ ਜਿੰਨੀ ਤਾਕਤ ਵੀ ਨਹੀਂ। ਕੀੜੀ ਤੁਲਨਾ ਹੋਵ ਨਹੀਂ। ਅਸੀਂ ਪੜ੍ਹਦੇ ਵੀ ਹਾਂ, ਸਾਡੀ ਔਕਾਤ, ਸਾਡੀ ਸਮਰੱਥਾ ਦਾ ਕੀੜੀ ਜਿੱਤਣੀ ਵੀ ਨਹੀਂ ਹੈ। ਇਸ ਕਰਕੇ ਸਮਰਪਣ ਕਰ ਦਈਏ। ਮਨ ਨੂੰ ਟਿਕਾ ਦੀ ਮਹਾਰਾਜ, ਜਿਵੇਂ ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ। ਜਿਵੇਂ ਜਿਵੇਂ ਆਪ ਦੀ ਰਹਿਮਤ ਰਜ਼ਾ ਵਰਤੀ ਹੈ ਮੇਰੇ ਵਾਸਤੇ ਹੋ ਰਿਹਾ ਹੈ, ਅਤੇ ਮੇਰਾ ਫਰਜ਼ ਬਣਦਾ ਜੋ ਤੁਧ ਭਾਵੈ ਸਾਈ ਭਲੀ ਕਾਰ ਦੇ ਸਿਧਾਂਤ ਨੂੰ, ਇਸ ਆਦਰਸ਼ ਨੂੰ ਅਸੀਂ ਸਵੀਕਾਰ ਕਰ ਸਕੀਏ। ਸਵੀਕਾਰ ਕਰ ਲਈ ਅਤੇ ਫਿਰ ਅਹਰਣ ਵਾਂਗ ਟਿਕੇ ਰਹੀਏ, ਮਜ਼ਬੂਤ ਹੋ ਕੇ। ਸੰਸਾਰ ਦੀਆਂ ਚੋਟਾਂ 'ਤੇ ਪੈਣੀਆਂ ਹੀ ਨੇ। ਸੰਸਾਰ ਚੋਟਾਂ 'ਤੇ ਮਾਰਦਾ ਹੀ ਹੈ। ਪਰੇਸ਼ਾਨੀਆਂ, ਸਮੱਸਿਆਵਾਂ, ਲੋੜਾਂ, ਮਜਬੂਰੀਆਂ, ਇਹ ਚੋਟਾਂ ਨੇ ਸਾਰੀਆਂ। ਪਰ ਕੀ ਛੱਡ ਦਈਏ? ਨਹੀਂ, ਛੱਡ ਕੇ ਚਲੇ ਜਾਵਾਂਗੇ ਫਿਰ ਕਿਹੜੀਆਂ ਚੋਟਾਂ ਹਟ ਜਾਣੀਆਂ ਨੇ। ਲੋੜਾਂ ਫਿਰ ਵੀ ਰਹਿਣੀਆਂ ਨੇ, ਪਰਿਵਾਰ ਦੀ ਜ਼ਿੰਮੇਵਾਰੀਆਂ ਫਿਰ ਵੀ ਰਹਿਣੀਆਂ ਨੇ, ਮਜਬੂਰੀਆਂ ਫਿਰ ਵੀ ਰਹਿਣੀਆਂ ਨੇ। ਇਸ ਤੋਂ ਬਿਹਤਰ ਹੈ ਕਿ ਅਸੀਂ ਟਿਕੇ ਰਹੀਏ ਆਪਣੇ ਗੁਰੂ ਦੇ ਦਰ 'ਤੇ, ਅਤੇ ਗੁਰੂ ਆਪਣੀ ਕਿਰਪਾ ਫਿਰ ਆਪ ਵਰਤਾਉਂਦੇ ਨੇ। ਇਹੀ ਗੱਲਾਂ ਸਾਨੂੰ ਮਹਾਰਾਜ ਇਹਨਾਂ ਸ਼ਬਦਾਂ 'ਚੋਂ ਸਮਝਾ ਰਹੇ ਨੇ, ਜੋ ਲੜੀਵਾਰ ਆਪਾਂ ਵਾਚ ਰਹੇ ਹਾਂ। ਅਸੀਂ ਕਦੇ ਕਦੇ ਇਸ ਗੱਲ ਨੂੰ ਸਮਝ ਸਕੀਏ ਕਿ ਜੋ ਸ਼੍ਰੀਮੁਖ ਵਾਕ ਆਉਂਦੇ ਨੇ ਅਤੇ ਜੋ ਲੜੀ 'ਚ ਬਚਨ ਮਿਲਦੇ ਨੇ, ਇਹ ਅੰਦਰੋਂ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ। ਬਾਹਰੋਂ ਕਈ ਵਾਰ ਸ਼ਬਦਾਂ ਦਾ ਸਾਥੋਂ ਜੋੜ ਨਹੀਂ ਮਿਲ ਪਾ ਰਿਹਾ ਹੁੰਦਾ।
पर उन्हों अंदरूनी जो गुरु का विचार पक्ष है बहुत मजबूत होता है और इंटरकनैक्टिंग आपस में इतना जुड़िया होता है। बस असां ने उस जुड़त नूं, उस जुड़ाव नूं समझण की कोशिश करनी है तो उहदे विच अपने आप नूं स्थापित करना, मैं कित्थे स्टैंड करदा। हर एक जी ने अपने आप नूं देखना कि जो गुरु महाराज पावन शब्द के सदके कह रहे ने, इसनूं मनण दे मुकाम ते असीं कित्थे स्टैंड करदे आ। इहदे विचों असां नूं की प्राप्ति, असां की करना है, क्योंकि दो चीज़ां होंदियां, असीं की कर सकते हाँ, असीं की कर रहे हाँ, इह 'च फर्क हुंदा है। असीं की कर सकते हाँ पर की असीं वो कर रहे हाँ, तो जे नहीं कर पा रहे तो उसनूं अपनी क्रिया नूं, अपने करतब नूं, अपने सिस्टम नूं, अपने आदर्श नूं थोड़ा बदलीए, जो सानूं करना चाहिए वो करिए, तो फिर बाद च प्राप्तियां होणगीਆਂ, की प्राप्त होंदा है। और ये गल्लां सानूं च मिलदियां ने। कल असीं वाच रहे सां, भाव एक दिन छड्ड के पिछले शब्द 'ਚ, एक मनुख अपने परिवार विच अलग अलग रिश्तिਆਂ ਦੇ ਨਾਲ ਜਾਣਿਆ ਜਾਂਦਾ है। ਅਸੀਂ बाहर कुछ भी होइए पर परिवार विच साडे स्टेटस अलग अलग ने। महाराज ने किसी एक व्यक्ति ਨੂੰ आदर्श लैके कहा भी वो किसी वक्त किसी प्रति बेटा है, संतान के रूप च जन्मे आ। जिन्हां दे घर असीं संतान के रूप च जन्मे आ, असीं उम्र ते रुतबे करके कितने वड्डे हो जाइए, उन्हां मापिਆਂ वास्ते असीं संतान ही रहना है, असीं धी पुत्र ही रहना। माए बाप को बेटा नीका, असीं उहदे बच्चे ही रहना। हुण अगली गल है कि असीं नीका हाँ कि नहीं, चंगे बन के आए कि नहीं, कि असीं चंगी संतान, चंगी औलाद बने, चंगे धी पुत्र बने, ये साडे लई गल रह जाएगी। माए बाप को बेटा नीका, ससुरे चतर जवाई से पढ़ रहे हैं भी सहुरे हमेशा ही चंगा जवाई, चालाक जवाई लभदे ने। इस तरह सहुरे चंगी नूह, चतुर चंचल, जो अपने घर परिवार संसार के प्रति चेतन होवे, लभदे ने। बच्चे जो बाल ने, जिथे बाल कन्या के है, ये चंगे मापे तलाश करते हैं। हर बच्चे की तलाश है, हर बच्चे की ख्वाहिश है कि साडे मापे बहुत चंगे होण। भैन भरावां की ख्वाहिश होंदी कि साडे भैन भरा बहुत चंगे होण, भाई कुवत भाई बड़े प्यारे लगते हैं। पर दूजी गल अगे चलांगे तो सच है कि रिश्ते सारे दे सारे समाज विच ने, परिवार विच ने, पर अध्यात्म दे विच इन्हां दी कोई कीमत नहीं है। परिवार इन्हां दे सहारे चलदा है, परिवार दे रिश्ते पिलर्स ने, पर अध्यात्म दे विच इन्हां रिश्तिਆਂ की कोई कीमत नहीं, कोई थां ही नहीं, बेचारे है ही कुछ नहीं। फिर की करिए? अध्यात्म दे विच इन्हां सारे रिश्तिਆਂ ਨੂੰ ਅਸੀਂ ਕਰਤੇ ਨਾਲ ਜੋੜ ਦਿੰਦੇ ਆ। तू मेरा पिता, तू है मेरा माता, तू मेरा बंधप, तू मेरा भराता, असीं कहने आ, तू मात पिता, हम बारिक तेरे। ਜਿਹੜੇ ਜਿਹੜੇ ਪਰਿਵਾਰਾਂ ਦੇ ਵਿੱਚ ਰਿਸ਼ਤੇ ਨੇ, ਉਹਨਾਂ ਦੇ ਰਿਸ਼ਤਿਆਂ ਨੂੰ ਅਸੀਂ ਉੱਚਾ ਉਠਾ ਦਿੰਦੇ ਆ ਤੇ ਗੁਰੂ ਕਰਤੇ ਨਾਲ ਜੋੜ ਦਿੰਦੇ ਆ। ਉਹਨੂੰ ਮਾਤਾ ਪਿਤਾ ਕਹਿ ਦਿੰਦੇ ਆ, ਭੈਣ ਭਰਾ ਕਹਿ ਦਿੰਦੇ ਆ, ਸਖਾ ਸੰਬੰਧੀ ਸਾਥੀ ਕਹਿ ਦਿੰਦੇ ਆ। ਬਹੁਤ ਵਾਰ ਗੁਰਬਾਣੀ 'ਚ ਸਖਾ ਕੇ ਹੈ, ਸਖਾ यार, सुन यार हमारे, बड़े शब्द वरते ने। सारे असीं रब नाल जोड़ते हैं, इस करके समझ सकीए कि उहदे नाल जुड़े और उन्हां दे नाल ये रिश्ते जुड़न वास्ते जो एक कलात्मक पक्ष है वो है नाम। जिवें परिवार दे नाल जिन रिश्ते निभदे ने उन्हां दे विच मोह हुंदा है। ਧੀਆਂ ਪੁੱਤਰਾਂ ਪ੍ਰਤੀ, ਮਾਪਿਆਂ ਪ੍ਰਤੀ, ਭੈਣ ਭਰਾਵਾਂ ਪ੍ਰਤੀ ਜਿਹਦੇ ਨਾਲ ਸਾਡਾ ਮੋਹ ਹੁੰਦਾ, ਉਹਦੇ ਨਾਲ ਅਸੀਂ ਰਿਸ਼ਤਾ ਪੂਰਾ ਨਿਭਾ ਰਹੇ ਹੁੰਦੇ ਹਾਂ। ਜਿਹਦੇ ਨਾਲ ਸਾਡਾ ਮੋਹ ਨਹੀਂ ਬਣ ਪਾਉਂਦਾ, ਅਸੀਂ ਉਹਦੇ ਨਾਲ ਰਿਸ਼ਤਾ ਨਹੀਂ ਨਿਭਾਉਂਦੇ। ਇਹ ਕੌੜੀ ਸੱਚਾਈ ਹੈ। ਸੰਤਾਨ ਦੇ ਨਾਲ ਮਾਪਿਆਂ ਦੇ ਵੀ ਕਈ ਵਾਰ ਮੋਹ ਟੁੱਟ ਜਾਂਦਾ ਹੈ। ਮਾਪੇ ਆਪਣੇ ਬੱਚਿਆਂ ਤੋਂ ਮੂੰਹ ਮੋੜ ਲੈਂਦੇ ਨੇ, ਦੇਖਿਆ ਬੇਦਖਲ ਕਰ ਦਿੰਦੇ ਨੇ, ਘਰੋਂ ਕੱਢ ਦਿੰਦੇ ਨੇ। ਕਈਆਂ ਬੱਚਿਆਂ ਦਾ ਮੋਹ ਟੁੱਟ ਜਾਂਦਾ, ਮਾਪੇ ਵਿਲਕਦੇ ਰਹਿੰਦੇ ਨੇ, ਬੱਚੇ ਮੁੜ ਕੇ ਨਹੀਂ ਦੇਖਦੇ। कई भैन भरावां दा मोह टुट जाता, सारी उम्र एक दूजे नाल बोलदे ही नहीं। इस संसार विच है कि नहीं, क्योंकि संसार ते साडे परिवार ते रिश्ते ने वो मोह ते आश्रित ने। समाज दे विच रिश्ते जिहड़े साडे वो ज्ञान ते प्रतिष्ठा ते आश्रित ने। उत्थे थोड़ा जिहा लालच एक दूजे प्रति भाव चलदा हुंदा है। जिहड़ा काम आउंदा बंदा उहदे नाल रिश्ता निभाउणे संसार विच,
ਆ ਸਮਾਜ ਵਿੱਚ ਅਸੀਂ ਜਿਤਨੇ ਰਿਸ਼ਤੇ ਮਿੱਤਰਤਾ ਦੇ ਬਣਾਏ ਨੇ, ਇਹਨਾਂ 'ਚ ਬਹੁਤ ਸਾਰੇ ਰਿਸ਼ਤੇ ਸਾਡੇ ਲਾਲਚ 'ਤੇ, ਸਾਡੀਆਂ ਲੋੜਾਂ 'ਤੇ ਖੜੇ ਨੇ। ਪਰ ਚੇਤਾ ਰੱਖਣਾ, ਗੁਰੂ ਕਰਤੇ ਨਾ ਜਦੋਂ ਅਸੀਂ ਰਿਸ਼ਤਿਆਂ ਨੂੰ ਜੋੜਨੇ ਤਾਂ ਉੱਥੇ ਨਾਮ ਕਲਾ ਵਰਤਦੀ ਹੈ। ਜੇ ਨਾਮ ਹੈ ਤੇ ਅਸੀਂ ਉਹਦੇ ਮਾਤਾ ਪਿਤਾ ਕਹਿ ਸਕਦੇ ਹਾਂ। ਅਸੀਂ ਕਹੀ ਜਾਈਏ ਤੂੰ ਮੇਰਾ ਪਿਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਮਾਤਾ ਕਹੀ ਜਾਈਏ, ਪਰ ਉਹਦਾ ਨਾਮ ਅਸੀਂ ਨਹੀਂ ਜਪਦੇ, ਨਾਮ ਕਲਾ ਨੂੰ ਅਸੀਂ ਮੰਨਦੇ ਹੀ ਨਹੀਂ, ਤੇ ਫਿਰ ਭਾਈ ਕੋਈ ਗੱਲ ਬਣਨੀ ਕੋਈ ਨਾ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਮਨ ਮਾਨਿਆ ਨਾਮ ਸਿਖਾਈ। ਮਨ ਹੁਣ ਮੰਨ ਗਿਆ ਕਿ ਨਾਮ ਹੀ ਅੰਤ ਦਾ ਸਾਥੀ ਹੈ। ਤੇ ਜਦੋਂ ਮਨ ਮੰਨ ਜਾਂਦਾ ਹੈ ਕਿ ਨਾਮ ਹੀ ਅੰਤ ਦਾ ਸਾਥੀ ਹੈ, ਤੇ ਫਿਰ ਨਾਮ ਦੀ ਤਲਾਸ਼ ਆਰੰਭ ਹੋ ਜਾਂਦੀ। ਨਾਮ ਕਿੱਥੋਂ ਮਿਲੇਗਾ, ਨਾਮ ਕਿਸ ਤਰ੍ਹਾਂ ਵੱਧ ਤੋਂ ਵੱਧ ਮੈਨੂੰ ਪ੍ਰਾਪਤੀ ਹੋ ਸਕੇ, ਕਿ ਫਿਰ ਪਤਾ ਲੱਗਦਾ ਗੁਰੂ ਹੈ ਜੋ ਨਾਮ ਦਾ ਦਾਤਾ ਹੈ। ਫਿਰ ਗੁਰੂ ਕੇ ਪੈਰੀ ਪੈ ਜਾਂਦਾ। ਯਾਦ ਰੱਖਣਾ, ਨਾਮ ਮਿਲਦਾ ਵੀ ਗੁਰੂ ਤੋਂ ਆ, ਤੇ ਨਾਮ ਦੀ ਪਕੜ ਸਮਝ ਆਉਣ ਤੋਂ ਬਾਅਦ ਫਿਰ ਮੰਨ ਲਓ ਕਿ ਗੁਰੂ ਕੋਈ ਹੁਣ ਮਹਾਰਾਜ ਹੋਰ ਹੋਰ ਹੋਰ, ਕਿਉਂਕਿ ਨਾਮ ਇੱਕ ਰਹੱਸ ਹੈ। ਨਾਮ ਕੋਈ ਵਸਤੂ ਨਹੀਂ ਹੈ ਕਿ ਅਸੀਂ ਇੱਕ ਵਾਰ ਚੁਟਕੀ ਲੈ ਲਈ, ਇੱਕ ਗੋਲੀ ਖਾ ਲਈ ਤਾਂ ਠੀਕ ਹੋ ਜਾਵਾਂਗੇ, ਇੱਕ ਟੀਕਾ ਲਗਵਾ ਲਿਆ ਤਾਂ ਠੀਕ ਹੋ ਜਾਵਾਂਗੇ, ਨਹੀਂ। ਨਾਮ ਇੱਕ ਸ਼ੁਰੂਆਤ ਵੀ ਹੈ ਤੇ ਨਾਮ ਅੰਤ ਵੀ ਹੈ। ਨਾਮ ਇੱਕ ਸਾਗਰ ਦੀ ਨਿਆਈ ਹੈ, ਅਸੀਮ ਹੈ। ਤਰਦਿਆਂ ਤਰਦਿਆਂ, ਤੁਰਦਿਆਂ ਤੁਰਦਿਆਂ ਅਸਾਂ 'ਚ ਸਮਾ ਜਾਣਾ ਹੈ। ਨਾਮ ਇੱਦਾਂ ਹੀ ਰਹਿਣਾ ਹੈ। ਜਦੋਂ ਸਮਝ ਆ ਜਾਂਦੀ, ਜਿਵੇਂ ਬੜਾ ਪਿਆਰਾ ਬਚਨ ਕਬੀਰ ਸਾਹਿਬ ਕਹੋ, ਕਬੀਰ ਅਬ ਜਬ ਜਾਣਿਆ ਤਉ ਮਨ ਮਾਨਿਆ। ਜਿਉਂਦੇ ਸੀ ਨਾਮ ਦੇ ਵਿੱਚ ਹੀ ਆ, ਨਾਮ ਤੋਂ ਸਖੜੇ ਨਹੀਂ ਆ, ਪਰ ਮਨ ਮੰਨਿਆ ਨਹੀਂ, ਮਨ ਨੇ ਜਾਣਿਆ ਹੀ ਨਹੀਂ। ਤੇ ਜਦੋਂ ਜਾਣ ਲੈਂਦਾ ਕਿ ਮੇਰੇ ਜੀਵਨ ਦੀ ਸਾਰੀ ਕਲਾ ਨਾਮ ਦੇ ਸਦਕੇ ਹੈ, ਤੇ ਫਿਰ ਮਨ ਮੰਨ ਜਾਂਦਾ ਵੀ ਬਸ ਭਾਈ ਹੁਣ ਤੇ ਨਾਮ ਹੀ। ਜਿਸ ਨੂੰ ਗੁਰੂ ਨਾਨਕ ਜੀ ਦੇ ਕਹਿੰਦੇ ਨਾਨਕ ਕਹਿ ਘਰ ਕੇਵਲ ਨਾਮ। ਫਿਰ ਨਾਮ ਹਮਾਰਾ ਪਹਿਨਣ ਹੁੰਦਾ ਹੈ, ਨਾਮ ਹਮਾਰਾ ਖਾਣਾ ਹੁੰਦਾ ਹੈ। ਔਰ ਇਹਦਾ ਚਰਚਾ ਜ਼ਿਕਰ ਅਸੀਂ ਬਹੁਤ ਵਾਰ ਪੜ੍ਹਦੇ ਹਾਂ। ਪਿੱਛੇ ਰਾਗ ਵਡਹੰਸ ਕੀ ਪੌੜੀਆਂ ਵਾਰਦ ਵਿੱਚ ਅਸੀਂ ਪੜ੍ਹਿਆ। ਨਾਮ ਜਿਹਨੂੰ ਸਮਝ ਆ ਜਾਂਦੀ, ਪਤਾ ਵੀ ਨਾਮ ਹੀ ਸਭ ਕੁਝ ਬਣ ਜਾਂਦਾ ਹੈ। ਪਰ ਅਸੀਂ ਸੰਸਾਰ ਦੇ ਬਹੁਤੇ ਸੰਸਾਰ ਦੇ ਮੋਹ ਕਰਕੇ ਜਾਂ ਜ਼ਰੂਰਤਾਂ ਕਰਕੇ ਜੇ ਸੰਸਾਰ ਤੇ ਮੰਡਲਾਂ 'ਚ ਰਹਿ ਜਾਂਦੇ ਨਾ, ਇਸ ਨੂੰ ਮੰਡਲ ਕਹਿੰਦੇ ਨੇ ਸੀ ਸ਼ਾਸਤਰੀ ਭਾਸ਼ਾ 'ਚ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਾਰੀਕ ਜਿਹਾ ਮੰਡਲ ਦਿੱਤਾ ਜਿੱਥੇ ਘਰ ਸ਼ਬਦ ਵਰਤੇ ਹੈ। ਅਸਾਂਡੀ ਸੁਰਤ ਕਿਸ ਘਰ 'ਚ ਹੁੰਦੀ ਹੈ? ਕਦੇ ਅਸੀਂ ਕ੍ਰੋਧ ਦੇ ਘਰ 'ਚ ਹੁੰਦੇ, ਕਦੇ ਅਸੀਂ ਲੋਭ ਦੇ ਘਰ 'ਚ ਹੁੰਦੇ, ਕਦੇ ਅਸੀਂ ਕਾਮ ਦੇ ਘਰ 'ਚ ਹੁੰਦੇ ਹਾਂ, ਕਦੇ ਅਸੀਂ ਅਹੰਕਾਰ ਦੇ ਘਰ 'ਚ ਹੁੰਦੇ ਹਾਂ, ਕਦੇ ਅਸੀਂ ਪ੍ਰੇਮ ਦੇ ਘਰ 'ਚ ਹੁੰਦੇ ਹਾਂ, ਕਦੇ ਅਸੀਂ ਨਫ਼ਰਤ ਦੇ ਘਰ 'ਚ ਹੁੰਦੇ ਹਾਂ, ਕਦੇ ਅਸੀਂ ਤਿਆਗ ਦੇ ਭਾਵਨਾ 'ਚ। ਇਹਨੂੰ ਭਾਵਨਾ ਵੀ ਕਹਿ ਸਕਦੇ ਸੀ। ਇਹ ਸਾਡੀਆਂ ਭਾਵਨਾਵਾਂ ਅਲੱਗ-ਅਲੱਗ ਹੁੰਦੀਆਂ ਨੇ। ਵੱਡੇ ਪੱਧਰ 'ਤੇ ਮਹਾਰਾਜ ਨੇ ਇਸ ਨੂੰ ਦੂਜਾ ਭਾਵ ਕਹਿ ਤਾ, ਸੰਸਾਰ ਦਾ ਤੇ ਪਰਿਵਾਰ ਨਿਰੰਕਾਰ ਦਾ। ਸੰਸਾਰ ਵਿੱਚ ਰਹਿਣ ਵਾਲਾ ਵਿਅਕਤੀ ਜਿਹਨੂੰ ਅਸੀਂ ਸੰਸਾਰੀ ਕਹਿ ਦਿੰਦੇ ਹਾਂ, ਉਹ ਸੰਸਾਰ ਦੀਆਂ ਜ਼ਰੂਰਤਾਂ ਅਤੇ ਲੋੜਾਂ 'ਚ ਰਹਿੰਦਾ ਹੋਇਆ ਇਹਨਾਂ ਨੂੰ ਵੱਡਾ ਮਨ ਬੈਠਾ ਦਾ ਹੈ, ਅਤੇ ਗੁਰੂ ਕਰਤੇ ਦੇ ਪੱਖ ਨੂੰ ਛੋਟਾ। ਕੀ ਫਰਕ ਪੈਂਦਾ? ਕੋਈ ਨਹੀਂ। ਆਪਾਂ ਵੀ ਕਦੇ ਕਦੇ ਕਰਦੇ ਹਾਂ, ਗੱਲ ਬਹੁਤ ਮਾਈਨਰ ਜਿਹੀ ਹੁੰਦੀ, ਲੇਕਿਨ ਉਹਦਾ ਅਰਥ ਬੜਾ ਵੱਡਾ ਨਿਕਲਦਾ ਹੈ। ਅਸੀਂ ਮੰਨ ਲਓ ਰੂਟੀਨ 'ਚ ਨਿਤਨੇਮੀ ਹੈ, ਕੋਈ ਵਿਅਕਤੀ ਰੋਜ਼ਾਨਾ ਨੇਮ ਦੇ ਨਾਲ ਹਾਜ਼ਰੀ ਭਰਦਾ ਹੈ, ਠੀਕ ਹੈ। ਕਿਸੇ ਦਿਨ ਉਹਦੇ ਘਰ ਕੋਈ ਸੱਜਣ ਮਿੱਤਰ ਆ ਜਾਂਦਾ, ਅਤੇ ਫਿਰ ਅਸੀਂ ਕੀ ਕਰਦੇ ਹਾਂ? ਅੱਛਾ ਅੱਜ ਭੈਣ ਭਰਾ ਆ ਗਿਆ, ਅੱਜ ਨਹੀਂ ਕਰਦੇ, ਹਾਜ਼ਰੀ ਕੱਲ੍ਹ ਭਰ ਲਾਂਗੇ। ਤਾਂ ਅਸੀਂ ਕੀ ਮੰਨਿਆ ਉਸ ਦਿਨ? ਭੈਣ ਭਰਾ ਨੂੰ ਅਤੇ ਗੁਰੂ ਨੂੰ ਜਦੋਂ ਵੇਖਿਆ ਤਾਂ ਇੱਕ ਭੈਣ ਭਰਾ ਅੱਜ ਹੀ ਮਿਲਿਆ, ਇਹ ਵੱਡਾ ਹੈ। ਗੁਰੂ ਦਾ ਕੀ ਹੈ? ਕੱਲ੍ਹ ਚਲੇ ਜਾਵਾਂਗੇ। ਉਹਨੇ ਕਿਹੜਾ ਨਾਰਾਜ਼ ਹੋ ਜਾਣਾ? ਆਪਾਂ ਸਧਾਰਨ ਜਿਹੀ ਗੱਲ ਕਹਿ ਕੇ ਪਰਾਂ ਹਟ ਜਾਂਦੇ, ਕਿਹੜਾ ਹੱਲ ਹੈ? ਗੁਰੂ ਸਾਹਿਬ ਨੇ ਕਿਹੜਾ ਰੁੱਸ ਪੈਣਾ ਹੈ? ਇੱਕ ਨਿੱਕੀ ਜਿਹੀ ਗੱਲ ਹੈ, ਦੁਨਿਆਵੀ ਤੌਰ 'ਤੇ ਇਹਦੀ ਕੋਈ ਕੀਮਤ ਤਾਂ ਨਹੀਂ ਹੈ, ਪਰ ਜਦੋਂ ਅਸੀਂ ਇਸ ਨੂੰ ਥੋੜ੍ਹਾ ਗਹਿਰਾ ਲੈ ਜਾਂਦੇ ਤਾਂ ਬਹੁਤ ਵੱਡੀ ਕੀਮਤ ਹੈ। ਕੀਮਤ ਇਸ ਗੱਲ ਦੀ ਕਿ ਅਸੀਂ ਪ੍ਰਾਇਰਟੀ ਕਿਹਨੂੰ ਦਿੱਤੀ ਹੈ, ਅਸੀਂ ਵੱਡਪਣ ਕਿਹਨੂੰ ਦਿੱਤਾ ਹੈ, ਅਸੀਂ ਪਹਿਲਾ ਭਾਵ ਕਿਹਨੂੰ ਦਿੱਤਾ ਹੈ। ਕਿ ਅਸੀਂ ਪਹਿਲਾ ਭਾਵ ਗੁਰੂ ਨੂੰ ਦਿੱਤਾ ਹੈ। ਪ੍ਰਥਮ ਹੈ, ਸ਼ਾਸਤਰ ਲੋਕ ਕਹਿੰਦੇ ਨੇ ਪ੍ਰਥਮ ਕਿਹਨੂੰ ਰੱਖਦੇ ਹੋ? ਪਹਿਲਾਂ ਅਸੀਂ ਆਪਣੇ ਗੁਰੂ ਰੱਖਦੇ ਹਾਂ, ਜਾਂ ਪਹਿਲਾਂ ਅਸੀਂ ਆਪਣੇ ਉਸ ਭੈਣ ਭਰਾ ਨੂੰ ਰੱਖ ਲੈਂਦੇ ਹਾਂ। ਅਤੇ ਸਾਡੇ 'ਚ ਬਹੁਤੇ ਜੀਅ ਨੇ ਜੋ ਪਹਿਲ ਉਸ ਭੈਣ ਭਰਾ ਨੂੰ ਦੇ ਦਿੰਦੇ ਨੇ। ਫਿਰ ਕਹਿੰਦੇ ਚਲੋ ਕੋਈ ਨਹੀਂ, ਹਮ ਸ਼ਾਮ ਨੂੰ ਸਹੀ, ਸਵੇਰੇ ਸੀ, ਪਰਸੋਂ ਸੀ, ਕੱਲ੍ਹ ਸੀ। ਗੁਰੂ ਤੋਂ ਇਨਕਾਰੀ ਨਹੀਂ ਅਸੀਂ, ਪਰ ਅਸੀਂ ਥੋੜ੍ਹਾ ਜਿਹਾ ਇੱਕ ਕਦਮ ਪਿੱਛੇ ਹਟ ਜਾਂਦੇ ਹਾਂ। ਗੁਰੂ ਕਿਰਪਾ ਕਰਨ ਅਸੀਂ ਗੁਰੂ ਨੂੰ ਪ੍ਰਥਮ ਗੁਰੂ ਸ਼ਾਇਦ ਇਸੇ ਕਰਕੇ ਵੇਖਿਆ। ਹੁਣ ਅੱਜ ਵੀ ਜਦੋਂ ਪ੍ਰਸ਼ਾਦ ਵਰਤਦਾ ਨਾ, ਆਪਾਂ ਇਹ ਗੱਲ ਨੂੰ ਕਦੇ ਨੋਟ ਕਰੀ ਸੀ, ਕਹਿੰਦੇ ਪਰੰਪਰਾਵਾਂ ਨੇ ਤਾਂ ਕਿਉਂ ਹੁੰਦਾ ਹੈ?
ਇਹ ਲਕੀਰ ਦੇ ਫਕੀਰ ਨੇ। ਅੱਜ ਵੀ ਜਦੋਂ ਦੇਗ ਵਰਤਣ ਲੱਗਦੀ ਹੈ ਤੇ ਜੋ ਦੇਗ ਵਰਤਾਉਣ ਵਾਲਾ ਸੇਵਾਦਾਰ ਵਰਤਾਉਂਦਾ, ਸਭ ਤੋਂ ਪਹਿਲਾਂ ਦੇਗ ਕਿਹਦੇ ਨਾਂ ਦੀ ਕੱਢਦਾ ਹੈ? ਪ੍ਰਥਮਾ ਕੌਣ ਹੈ? ਪੰਜ ਪਿਆਰੇ, ਜਿਨ੍ਹਾਂ ਆਪਾ ਆਪਣੇ ਗੁਰੂ ਨੂੰ ਭੇਟ ਕਰ ਦਿੱਤਾ ਹੈ। ਪ੍ਰਥਮਾ ਦੇਗ ਬਾਟੇ ਵਿੱਚ ਉਹਨਾਂ ਪੰਜਾਂ ਪਿਆਰਿਆਂ ਦੇ ਨਾਂ ਦੀ ਕੱਢੀ ਜਾਂਦੀ ਹੈ। ਠੀਕ ਹੈ, ਮੌਕੇ 'ਤੇ ਪੰਜ ਸਿੱਖ ਸੰਗਤ ਅੰਮ੍ਰਿਤਧਾਰੀ ਹੁੰਦੇ ਤੇ ਅਸੀਂ ਵੱਢ ਦਿੰਦੇ ਹਾਂ, ਮੌਕੇ 'ਤੇ ਨਹੀਂ ਹੁੰਦੇ ਤੇ ਭਾਈ ਅਸੀਂ ਵਾਪਸ ਮਿਲਾ ਲੈਂਦੇ ਹਾਂ। ਕੋਈ ਦੋ ਰਾਏ ਨਹੀਂ, ਇੱਕ ਬਹਿਸ ਦਾ ਵਿਸ਼ਾ ਨਹੀਂ ਹੈ। ਜੇ ਪੰਜ ਸਿੱਖ ਬੈਠੇ ਨੇ, ਸਿੰਘ ਸਿੰਘਣੀਆਂ 'ਚੋਂ ਕੋਈ ਬੈਠਾ ਹੋਵੇ, ਉਹ ਦੇਗ ਦਿੱਤੀ ਜਾਂਦੀ ਹੈ, ਦਿੱਤੀ ਜਾ ਸਕਦੀ ਹੈ ਕੋਈ ਵੀ। ਪਰ ਨਹੀਂ, ਜੇ ਪੰਜ ਨਹੀਂ ਕਿਸੇ ਨੂੰ ਮੌਕੇ 'ਤੇ ਮੌਜੂਦ ਮਿਲਦੇ, ਅਸੀਂ ਗਿਣਤੀ 'ਚ ਸਾਰੇ ਮਿਲਾ ਕੇ ਵੀ ਪੰਜ ਨਹੀਂ ਹੁੰਦੇ, ਤੇ ਕੋਈ ਗੱਲ ਨਹੀਂ, ਉਸ ਨੂੰ ਵਾਪਸ ਅਸੀਂ ਬਾਟੇ 'ਚ ਪਾ ਦਿੰਦੇ ਹਾਂ। ਪਰ ਕੱਢਦੇ ਪਹਿਲਾਂ ਉਹਨਾਂ ਦੀ ਹੀ ਦੇਗਾਂ ਜੋ ਪ੍ਰਥਮਾ ਨੇ, ਉਹ ਪ੍ਰਥਮ ਨੇ ਸਾਡੇ ਤੋਂ। ਗੁਰੂ ਅਤੇ ਸਿੱਖਾਂ ਦੀ ਜਦੋਂ ਵੀ ਕਿਤੇ ਗਾਥਾ ਚੱਲੇਗੀ, ਪ੍ਰਥਮਾ ਉਹ ਪੰਜ ਪਿਆਰੇ ਆਉਣਗੇ। ਅਰਦਾਸ ਵਿੱਚ ਵੀ ਆਪਾਂ ਇਹ ਤਾਂ ਦੇਖਦੇ ਹਾਂ, ਜਦੋਂ ਗੁਰੂ ਪਾਤਸ਼ਾਹ ਦੇ ਨਾਂ ਲੈਂਦੇ ਹਾਂ, ਆਪਾਂ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇ ਪਾਠ ਦੀ ਦਾਰ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤੇ ਉਤੋਂ ਫਿਰ ਅਗਲਾ ਪੈਰਾਗ੍ਰਾਫ ਪੰਜ ਪਿਆਰਿਆਂ ਤੋਂ ਹੀ ਸਾਡੀ ਗਾਥਾ, ਸਾਡੀ ਕਹਾਣੀ ਆਰੰਭ ਹੁੰਦੀ ਹੈ। ਫਿਰ ਚਾਰ ਸਾਹਿਬਜ਼ਾਦੇ ਦਾ ਨਾਮ ਆਉਂਦਾ ਹੈ, ਜਦ ਕਿ ਚਾਰ ਸਾਹਿਬਜ਼ਦੇ ਪਾਤਸ਼ਾਹ ਦਸ਼ਮੇਸ਼ ਦੇ ਨਿੱਜੀ ਜਾਤੀ ਪੁੱਤਰ ਨੇ। ਪਰ ਨਹੀਂ, ਇੱਥੇ ਪੁੱਤਰਾਂ ਦਾ ਉਹ ਥਾਂ ਨਹੀਂ, ਇੱਥੇ ਪਿਆਰਿਆਂ ਦਾ ਥਾਂ ਹੈ। ਉਹ ਪ੍ਰਥਮਾ ਨੇ, ਉਹ ਪਹਿਲ ਉਹਨਾਂ ਦੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਘਰ ਪਰਿਵਾਰ 'ਚ ਪ੍ਰਥਮਾ ਕਿਸ ਨੂੰ ਥਾਂ ਦਿੱਤਾ ਹੈ? ਪਹਿਲਾ ਥਾਂ ਅਸੀਂ ਕਿਹਨੂੰ ਦਿੱਤਾ ਹੈ? ਤੇ ਜੇ ਪਹਿਲ ਸਾਡੀ ਗੁਰੂ ਦੀ ਹੈ, ਤੇ ਫਿਰ ਸਾਨੂੰ ਕਿਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਤੇ ਸਿੱਖ ਦੇ ਰੂਪ ਦੇ ਵਿੱਚ ਸਾਡੀ ਪਹਿਲ ਸਾਡੇ ਗੁਰੂ ਦੀ ਹੈ। ਬਾਕੀ ਕੋਈ ਵੀ ਭੈਣ ਭਰਾ ਹੈ, ਵੱਡਾ ਛੋਟਾ, ਅਮੀਰ ਰਾਜਾ ਰਜਵਾੜਾ ਕੋਈ ਵੀ ਹੋਵੇਗਾ, ਉਹ ਦੂਜੇ ਥਾਂ 'ਤੇ ਹੋਏਗਾ। ਪਹਿਲਾ ਅਹੁਦਾ, ਪਹਿਲਾ ਥਾਂ ਗੁਰੂ ਦਾ ਹੋਏਗਾ। ਅਸੀਂ ਪਿੰਡਾਂ 'ਚ ਵੇਖਿਆ, ਸ਼ਾਇਦ ਵਡੇਰੇ ਜਿਹੜੇ ਇੱਥੋਂ ਵਡੇਰੇ ਬੈਠੇ ਨੇ ਉਹਨੂੰ ਪਤਾ ਹੋਏਗਾ, ਜਦੋਂ ਫਸਲਾਂ ਗਾਉਂਦੇ ਸੀ ਨਾ, ਤੇ ਭਾਵੇਂ ਦਾਣੇ ਕਿਸੇ ਘਰ ਥੋੜ੍ਹੇ ਨੇ ਜਾਂ ਬਹੁਤੇ ਨੇ, ਪਹਿਲੇ ਦਾਣੇ ਪ੍ਰਾਪਤ ਹੋਣੇ ਬੋੜ 'ਚੋਂ, ਤੇ ਪਹਿਲਾ ਛਿੱਕੂ ਭਰ ਕੇ ਕਹਿਣਾ ਇਹ ਲੰਗਰ ਦੇ ਨਾਂ 'ਤੇ ਪਾ ਦੇ ਭਾਈ। ਬਾਅਦ 'ਚ ਕਿਤਨੀ ਸਮਰੱਥਾ ਹੈ, ਤੁਸੀਂ ਕਿਤਨੀ ਭੇਟ ਕਰ ਪਾਓਗੇ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਪਹਿਲੀਆਂ ਪੰਜ ਟੋਕਰੀਆਂ, ਪਹਿਲੇ ਪੰਜ ਛਿੱਕੂ ਕਹਿਣਾ ਨਹੀਂ, ਇਹ ਤੇ ਭਾਈ ਵੱਖਰੇ ਕਰ ਦਿਓ। ਉਹ ਬੋਰੀ 'ਚ ਪਾ ਕੇ ਝੋਲੀ 'ਚ ਵੱਖਰੇ ਰੱਖ ਛੱਡਣੇ। ਜਦੋਂ ਕਿਤੇ ਸਮਾਂ ਲੱਗਣਾ, ਉਹ ਨੇੜੇ ਸਥਾਨ ਜੋ ਵੀ ਗੁਰੂ ਸੰਗਤ ਦਾ ਹੋਣਾ, ਉੱਥੇ ਮੱਥਾ ਟੇਕ ਆਉਣਾ। ਉੱਥੇ ਤੋਲ ਦੀ ਕੀਮਤ ਨਹੀਂ ਸੀ ਵੀ ਤੁਸੀਂ ਪੰਜ ਬੋਰੀਆਂ ਭਰ ਕੇ ਦਿੰਦੇ ਹੋ ਕਿ ਪੰਜ ਬੁੱਕ ਭਰ ਕੇ ਦਿੰਦੇ ਹੋ, ਉਹਦੀ ਕੋਈ ਕੀਮਤ ਨਹੀਂ ਹੈ। ਹੋ ਸਕਦਾ ਕੋਈ ਪੰਜ ਦਾਣੇ ਹੀ ਕੱਢ ਦੇਵੇ, ਉਹ ਹੀ ਬਹੁਤ ਨੇ। ਭਾਵਨੀ ਭਗਤ ਭਾਏ ਕੌਡੀ ਕਿਰਪਾਗ ਰੱਖੈ, ਭਾਵੇਂ ਭਾਵਨੀ ਭਗਤੀ ਦਿਨ ਕੌਡੀ ਦਾ ਅਗਲਾ ਅੱਧਾ ਹਿੱਸਾ ਰੱਖਦੇ, ਉਹ ਵੀ ਬਹੁਤ ਹੈ। ਪਰ ਗੱਲ ਹੈ ਪ੍ਰਥਮਾ ਕਿਹਨੂੰ ਰੱਖਿਆ ਸੀ? ਅਸੀਂ ਪ੍ਰਥਮਾ ਆਪਣੇ ਗੁਰੂ ਨੂੰ ਰੱਖੀਏ। ਬਸ ਇਹ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਮਹਾਰਾਜ ਸਮਝਾਉਂਦੇ, ਪਰ ਸਾਡੇ ਬਹੁਤਿਆਂ ਦੀ ਹਾਲਤ ਕਿੱਦਾਂ ਦੀ ਹੈ? ਆਪ ਪੜ੍ਹੀਏ ਤੇ ਬਚਨ, ਜਗ ਸਿਉ ਝੂਠ ਪ੍ਰੀਤਮ। ਸਾਡੀ ਹਾਲਾਤ ਇਹ ਹੈ, ਅਸੀਂ ਪ੍ਰਥਮਾ ਗੁਰੂ ਨੂੰ ਨਹੀਂ ਮੰਨ ਪਾਏ। ਕਿਉਂਕਿ ਮਹਾਰਾਜ ਆਦਰਸ਼ਕ ਰੂਪ 'ਚ ਕਹਿੰਦੇ ਨੇ, ਜੇ ਪਹਿਲਾਂ ਕਿਹਾ ਕਿ ਵਿਅਕਤੀ ਜਿਹੜਾ ਗੁਰਮੁਖ ਹੈ, ਜਿਨ ਮਨ ਮਾਨਿਆ ਨਾਮ ਸਿਖਾਈ, ਜਿਹਨੇ ਮੰਨ ਲਿਆ ਹੈ ਕਿ ਨਾਮ ਹੀ ਸਿਖਾਈ, ਉਹ ਕੀ ਕਰਦਾ ਹੈ? ਉਹ ਪਾਏ ਪਰੋਂ ਗੁਰ ਕੇ ਬਲਿਹਾਰੈ। ਆਪਣੀ ਗੱਲ ਕਰਦੇ, ਭਾਈ ਅਸੀਂ ਤੇ ਮੰਨ ਲਿਆ, ਸਾਡੇ ਮਨ ਨੇ ਤੇ ਮੰਨ ਲਿਆ। ਸਾਡੇ 'ਚੋਂ ਹਰ ਗੁਰਸਿੱਖ ਇੱਥੇ ਕਹੇ, ਮਹਾਰਾਜ ਮੇਰਾ ਮਨ ਮੰਨ ਗਿਆ, ਹੁਣ ਮੈਂ ਕਿਤੇ ਨਹੀਂ ਜਾਵਾਂਗਾ, ਤੇਰਾ ਦਰ ਛੱਡ ਕੇ ਨਹੀਂ ਜਾਵਾਂਗਾ। ਸੰਸਾਰ ਦੇ ਘਟਨਾਕ੍ਰਮ, ਲੋੜਾਂ ਇਹ ਵਰਤਦੀਆਂ ਰਹਿਣਗੀਆਂ। ਇਹ ਤਾਂ ਸਰਦੀ ਗਰਮੀ ਵਰਤਦੀ ਰਹਿਣੀ ਹੈ, ਦੁੱਖ ਸੁੱਖ ਦੋਇ ਦਰ ਕੱਪੜੇ ਵਰਤਦੇ ਰਹਿਣੇ ਨੇ। ਪਰ ਸਾਹਿਬ ਦਾ ਦਰ ਢਾਡੀ, ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੈ। ਅਸੀਂ ਇੱਥੇ ਟਿਕਾਂਗੇ ਤੇ ਕੀ ਕਰੀਏ? ਗੁਰ ਕੈ ਬਲਿਹਾਰੈ, ਆਪਣੇ ਗੁਰੂ ਤੇ ਬਲਿਹਾਰ ਜਾਂਦੇ ਰਹਾਂਗੇ। ਜਿਨ ਸਾਚੀ ਬੂਝ ਬੁਝਾਈ, ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਇਹ ਮੱਤ ਉਪਦੇਸ਼ ਸਮਝਾ ਦਿੱਤੇ ਕਿ ਭਾਈ ਗੁਰੂ ਕਰਤਾ ਪ੍ਰਥਮ ਹੈ, ਤੇ ਹਰ ਵਕਤ ਦਾ ਅੰਤ ਦਾ ਸਾਥੀ ਵੀ ਗੁਰੂ ਕਰਤਾ ਹੀ ਜੇ ਪਹਿਲਾ ਸਾਥੀ ਗੁਰੂ ਹੈ, ਜਨਮ ਤੋਂ ਪਹਿਲਾਂ ਜੇ ਗੁਰੂ ਕਰਤਾ ਹੈ, ਤੇ ਜਿਹਨੂੰ ਅਸੀਂ ਕਹਿ ਸਕੀ ਸੀ, ਹਾਲਾਂਕਿ ਕਹਿ ਨਹੀਂ ਪਾਉਂਦੇ, ਆ ਮੌਤ ਤੋਂ ਬਾਅਦ ਵਿੱਚ ਗੁਰੂ ਕਰਤਾ ਹੀ ਹੈ। ਮਾਤ ਗਰਭ ਮੈਂ ਆਤਮਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ, ਤਾਰਨ ਹਾਰੇ।
ਜੇ ਹੁਣ ਅਸੀਂ ਮਾਤ ਗਰਭ ਦੇ ਵਿੱਚੋਂ ਬਾਹਰ ਆਏ, ਸੰਸਾਰ ਦੇ ਸਾਗਰ ਲਹਿਰਾਂ 'ਚ ਤੁਸੀਂ ਰੱਖਦੇ ਹੋ, ਤੇ ਦਰਸ਼ਨ 'ਚ ਸਿਫ ਜਾ ਕੇ ਨੇ ਜਦੋਂ ਸਰੀਰ ਛੁੱਟ ਜਾਣਾ ਹੈ ਨਾ, ਫਿਰ ਵੀ ਗੁਰੂ ਕਰਤੇ ਨੇ ਹੀ ਪਕੜਨੀ ਹੱਥ ਸਾਡੀ, ਫਿਰ ਵੀ ਸਾਡੀ ਬਾਂਹ ਉਸੇ ਨੇ ਪਕੜਨੀ ਹੈ। ਤੇ ਜੇ ਅਸੀਂ ਇਸ ਮਾਤ ਲੋਕ ਵਿੱਚ ਰਹਿੰਦਿਆਂ ਹੋਇਆਂ ਉਸ ਗੁਰੂ ਕਰਤੇ ਦਾ ਨਾਮ ਵਿਸਾਰ ਦਿੱਤਾ, ਤੇ ਫਿਰ ਸਰੀਰ ਛੁੱਟ ਜਾਣ ਤੋਂ ਬਾਅਦ ਸਾਡੀ ਬਾਂਹ ਉਹ ਨਹੀਂ ਪਕੜੇਗਾ। ਫਿਰ ਕਿਹਨੂੰ ਕਵਾਂਗੇ, ਕੌਣ ਸਹਾਈ ਹੋਵੇਗਾ? ਇਸ ਕਰਕੇ ਅਸੀਂ ਉਹਦੇ ਨਾਮ ਨਾਲ ਜੁੜ ਜੀ, ਗੁਰੂ ਚਰਨਾਂ 'ਚ ਟਿਕੇ। ਪਰ ਸਾਡੀ ਬਹੁਤੇ ਜੀ ਦੀ ਹਾਲਤ, ਹੁਣ ਉਹਨਾਂ ਦੀ ਹਾਲਤ ਸਮਝਾਉਂਦੇ ਨੇ ਜਿਹੜੇ ਆਮ ਲੋਕ ਨੇ ਘਰ ਪਰਿਵਾਰਾਂ 'ਚ, ਆਮ ਲੋਕ। ਜਗ ਸਿਉ ਝੂਠ ਪ੍ਰੀਤ, ਆਮ ਲੋਕਾਂ ਦੀ, ਆਮ ਬੰਦੇ ਦੀ ਪ੍ਰੀਤ ਜਗਤ ਨਾ ਪਈ ਹੈ। ਦੇਖੋ ਜੀ, ਆਹ ਵੀ ਚੰਗਾ ਜੀ, ਆਹ ਵੀ ਚੰਗਾ, ਆਹ ਵੀ ਚੰਗਾ। ਮਨ ਬੇਧਿਆ, ਉਹਦਾ ਮਨ, ਆਮ ਜੀ ਦਾ, ਆਮ ਬੰਦੇ ਦਾ ਮਨ ਸੰਸਾਰ ਦੀ ਪ੍ਰੀਤ ਨਾਲ ਜੁੜਿਆ। ਸੰਸਾਰ ਬੜਾ ਚੰਗਾ ਹੈ ਜੀ। ਅਸੀਂ ਅੱਜ ਤੱਕ ਆਪਣੇ ਆਪ ਨੂੰ ਸਟੱਡੀ ਕਰਕੇ ਦੇਖੀਏ ਨਾ ਕਿ ਅਸੀਂ ਸੰਸਾਰ ਨੂੰ ਛੱਡ ਕੇ ਰਾਜੀ ਹਾਂ? ਨਹੀਂ, ਸੰਸਾਰ ਬੜਾ ਚੰਗਾ ਲੱਗਦਾ ਹੈ, ਦੁਨੀਆ ਬੜੀ ਚੰਗੀ ਲੱਗਦੀ। ਇਹ ਜੱਗ ਮਿੱਠਾ, ਅਸੀਂ ਕਹਿੰਦੇ ਨਾ ਇਹ ਜੱਗ ਮਿੱਠਾ, ਅੱਗੇ ਕਿਰਨ ਡਿੱਠਾ, ਸਾਨੂੰ ਮਿੱਠਾ ਲੱਗਦਾ। ਭੈਣ ਭਰਾ, ਧੀਆਂ ਪੁੱਤਰਾਂ, ਰਿਸ਼ਤੇ ਬੜੇ ਚੰਗੇ ਲੱਗਦੇ ਨੇ। ਸਾਡੀ ਪ੍ਰਤਿਭਾ, ਮਾਣ ਸਨਮਾਨ, ਹੰਕਾਰ ਬੜਾ ਚੰਗਾ ਲੱਗਦਾ ਹੈ। ਜਗਤ ਦੀ ਪ੍ਰੀਤ, ਪਰ ਮਹਾਰਾਜ ਕਿਨ ਝੂਠੀ ਦੇਖੀ, ਜਗਤ ਕੀ ਪ੍ਰੀਤ ਝੂਠੀ ਹੈ, ਝੂਠੀ ਦੇਖੀ ਪ੍ਰੀਤ ਜਗਤ ਕੀ। ਇਸ ਝੂਠ ਪ੍ਰੀਤ ਨਾਲ ਕੀ ਹੋਇਆ? ਮਨ ਬੇਧਿਆ, ਸਾਡਾ ਮਨ ਇਹਦੇ ਨਾਲ ਵਿਝਾ ਪਿਆ, ਬਿਨਿਆ ਪਿਆ ਹੈ। ਤੇ ਨਤੀਜਨ ਅਸੀਂ ਬਾਰ-ਬਾਰ ਇਸ ਬੱਝੇ ਹੋਏ ਮਨ ਦੇ ਪ੍ਰੀਤ ਤੰਦ ਕਰਕੇ ਇੱਥੇ ਹੀ ਜਨਮ ਲੈ ਰਹੇ ਹਾਂ। ਦੁਨੀਆਵੀ ਤੌਰ 'ਤੇ ਅਸੀਂ ਕਹਿ ਨਹੀਂ ਪਾਉਂਦੇ, ਸਮਝ ਨਹੀਂ ਪਾਉਂਦੇ। ਮੌਤ ਇੱਕ ਛੁਟਕਾਰੇ ਦਾ ਸਾਧਨ ਵੀ ਹੈ। ਇਸ ਜਗਤ ਦੀ ਪ੍ਰੀਤ ਤੋਂ, ਮਾਇਆ ਦੇ ਮੰਡਲ ਤੋਂ ਉੱਚੇ ਬਾਹਰ ਨਿਕਲ ਜਾਣ ਦਾ ਇੱਕ ਸਾਧਨ ਵੀ ਹੈ। ਪਰ ਚੂੰਕਿ ਅਸੀਂ ਮੋਹ ਦੀ ਤੰਦ ਨਹੀਂ ਤੋੜ ਪਾਏ, ਇਸ ਕਰਕੇ ਸਰੀਰ ਛੁੱਟ ਜਾਣ ਦੇ ਬਾਅਦ ਫਿਰ ਅਸੀਂ ਇੱਥੇ ਡਿੱਗਦੇ ਹਾਂ, ਫਿਰ ਜਨਮ ਮਿਲ ਜਾਂਦਾ ਹੈ, ਫਿਰ ਜਨਮ ਲੈ ਕੇ ਹੰਡਦੇ ਹਾਂ। ਉਸ ਮੋਹ ਦੀ ਤੰਦ ਨੂੰ ਅਸੀਂ ਤੋੜ ਨਹੀਂ ਪਾਉਂਦੇ। ਸਰੀਰ ਛੁੱਟਣ ਤੋਂ ਬਾਅਦ 'ਚ ਮੌਕਾ ਹੁੰਦਾ, ਲੇਕਿਨ ਅਸੀਂ ਫਿਰ, ਚੂੰਕਿ ਤੰਦ ਮਜ਼ਬੂਤ ਹੈ, ਉਹ ਮੋਹ ਦੀ ਤੰਦ, ਵਾਸ਼ਨਾਵਾਂ ਦੀ ਤੰਦ ਸਾਨੂੰ ਫਿਰ ਖਿੱਚ ਕੇ ਲੈ ਆਉਂਦੀ ਹੁੰਦੀ ਹੈ। ਜਿਹਨੂੰ ਮਹਾਰਾਜ ਕਹਿੰਦੇ ਹੇਤ ਕੇ ਬੰਧਨ ਤੋੜ ਨਾ ਸਕੈ, ਇਸ ਮੋਹ ਦੇ ਬੰਧਨ ਨੂੰ ਅਸੀਂ ਤੋੜ ਨਹੀਂ ਪਾ ਰਹੇ। ਤੇ ਨਤੀਜਾ ਕੀ, ਵਾਰ-ਵਾਰ ਜਮ ਮਰੇ ਫਿਰ ਜੰਮੇ ਹੁੰਦਾ। ਬਹੁਤ ਐਸੀਆਂ ਕਹਾਣੀਆਂ ਜੋ ਇਤਿਹਾਸ ਨਾਲ ਸੰਬੰਧ ਨੇ, ਜੋ ਫਿਲਾਸਫੀ ਨਾਲ ਸੰਬੰਧ ਰੱਖਦੀਆਂ ਨੇ, ਅਸੀਂ ਵਡੇਰਿਆਂ ਤੋਂ ਸੁਣਦੇ ਪੜ੍ਹਦੇ ਆਏ ਹਾਂ ਕਿ ਇਹ ਮੋਹ ਦੇ ਬੰਧਨ ਨਹੀਂ ਟੁੱਟਦੇ। ਨਤੀਜਨ ਜੀ ਬਾਰ-ਬਾਰ ਜਨਮ ਲੈਂਦਾ ਹੈ। ਇੱਕ ਗਾਥਾ, ਉਹ ਦਾਰਸ਼ਨਿਕ ਗਾਥਾ ਹੈ, ਪਰ ਸੁਣਾਈ ਗੁਰਬਾਣੀ 'ਚ ਹੈ। ਆਪਨੇ ਪੜ੍ਹਿਆ ਹੋਣਾ, ਭਗਤ ਕਬੀਰ ਸਾਹਿਬ ਨੇ ਦਾਰਸ਼ਨਿਕ ਗਾਥਾ ਸੁਣਾਈ ਹੈ। ਕਿਸੇ ਨਗਰ 'ਚੋਂ ਤੁਰੇ ਜਾਂਦੇ ਸਨ ਬਾਬਾ ਕਬੀਰ ਸਾਹਿਬ। ਤੁਰਦਿਆਂ ਦੇਖਿਆ ਉਹਨਾਂ ਦੇ ਬਾਹਰ ਕਿੱਲੇ 'ਤੇ ਇੱਕ ਢੱਗਾ ਬੱਧਾ ਹੋਇਆ। ਢੱਗੇ 'ਤੇ, ਜਿਹਨੂੰ ਬੈਲ ਆਪਾਂ ਪੰਜਾਬੀ ਜਾਂ ਪੰਜਾਬੀ 'ਚ ਢੱਗਾ ਕਹਿੰਦੇ ਸੀ, ਇੱਕ ਬੈਲ ਦੇਖਿਆ ਬੱਝਾ ਹੋਏ। ਕਬੀਰ ਸਾਹਿਬ ਦੀ ਨਿਗਾਹ ਪੈ ਗਈ, ਖਲੋ ਕੇ ਹੱਸ ਪਏ। ਹੁਣ ਉਹਨੇ ਦੇਖ ਕੇ ਸਿਰ ਫੇਰਿਆ ਇਹਨਾਂ ਵੱਲ, ਪਛਾਣ ਲਿਆ ਇੱਕ ਦੂਜੇ ਨੂੰ। ਕਬੀਰ ਸਾਹਿਬ ਕਹਿਣ ਲੱਗੇ, ਹੁਣ ਮੈਂ ਕੀ ਕਰਾਂ ਭਾਈ, ਮੈਂ ਤਾਂ ਕੁਛ ਨਹੀਂ ਕਰ ਸਕਦਾ। ਆਂਢੀ ਗੁਆਂਢੀ ਸਾਡੇ ਵਰਗੇ ਨਾਲ ਤੁਰੇ, ਕਹਿੰਦੇ ਇਹ ਗੱਲਾਂ ਕਿਹਦੇ ਨਾਲ ਕਰਦਾ, ਬੰਦਾ ਤਾਂ ਕੋਈ ਹੈ ਨਹੀਂ, ਸਾਹਮਣੇ ਤੇ ਇੱਕ ਬਲਦ ਦਾ ਢੱਗਾ ਹੈ, ਉਹਦੇ ਨਾਲ ਗੱਲਾਂ ਕਰਦੇ ਪਏ। ਕਹਿਣ ਲੱਗੇ, ਭਾਈ ਮੈਂ ਹੁਣ ਕੀ ਕਰਾਂ? ਜਦੋਂ ਤੈਨੂੰ ਕਿਹਾ ਸੀ ਭਈ ਭਾਈ ਥੋੜ੍ਹਾ ਜਿਹਾ ਉੱਚਾ ਉੱਠ, ਆਪਣੇ ਸੁਰਤ ਬਿਰਤੀ ਨੂੰ ਇਸ ਪਰਿਵਾਰ ਤੋਂ ਉੱਚਾ ਉਠਾ ਕੇ ਨਿਰੰਕਾਰ ਦੇ ਪਾਸੇ ਜੋੜ ਲਾ, ਤੂੰ ਜੁੜਿਆ ਨਹੀਂ ਉਦੋਂ। ਤੇ ਤੂੰ ਸੁਰਤ ਬਿਰਤੀ ਤੇਰੀ ਪਰਿਵਾਰ 'ਚ ਹੀ ਰਹੀ। ਮੇਰੇ ਪੁੱਤਰ, ਮੇਰੇ ਕੰਮ, ਮੇਰੇ ਬੱਚਿਆਂ ਦੇ ਕੰਮ ਕਿਵੇਂ ਹੋਣਗੇ? ਮੇਰੇ ਅੱਜ ਵੀ ਸੀ ਦੇਖੇ ਇਕਮਾ ਕਰਨਾ, ਵਡੇਰੀ ਉਮਰਾਂ ਦੇ ਬੰਦੇ ਇੱਥੇ ਹੀ ਫਸੇ ਪਏ ਨੇ। ਸਾਡੇ ਬੱਚਿਆਂ ਦੇ ਕੰਮ, ਭਾਈ ਬੱਚੇ ਜਵਾਨ ਹੋ ਗਏ ਨੇ, ਆਪਣਾ ਕਾਰੋਬਾਰ ਲੈ ਤੁਰੇ ਨੇ, ਕਰਨ ਦਿਓ ਕੰਮ ਉਹਨਾਂ ਨੂੰ। ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਰੁਖਸਤ ਪਾ ਕੇ ਆਪਣੇ ਸੁਰਤ ਚੇਤਨਾ ਨੂੰ ਕਿਤੇ ਕਰਤੇ ਨਾ ਜੋੜੋ। ਪਰ ਨਹੀਂ ਸੁਣਿਆ, ਨਹੀਂ ਮੰਨਿਆ, ਤੇ ਫਿਰ ਉਹਨਾਂ ਬੱਚਿਆਂ ਦੇ ਕੰਮ ਕਰ ਰਹੇ ਹੋ। ਢੱਗਿਆਂ ਦੀ ਜੂਨੇ ਪਏ ਨੇ, ਬੈਲ ਬਣੇ ਨੇ, ਹਰ ਬਿਨ ਪਾਠ ਕੇ ਕਰਦੇ ਕਦੇ ਬਣੇ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਹੁਣ ਉਹਨਾਂ ਨੂੰ ਥੋੜ੍ਹਾ ਪਤਾ ਕਿ ਸਾਡਾ ਬਾਪੂ ਹੈ, ਵੀ ਸਾਡੇ ਕੰਮ ਕਰਨ ਦੇ ਚੱਕਰ 'ਚ ਬੱਝਾ ਪਿਆ ਵਿਚਾਰਾ। ਉਹ ਤੇ ਪਸ਼ੂ ਮੰਨਦੇ ਨੇ ਤੈਨੂੰ। ਹੁਣ ਉਹ ਤੇ ਤੇਰੇ ਘਰ 'ਤੇ ਜੂੜਾ ਵੀ ਰੱਖਦੇ, ਨੱਕ ਵੀ ਪਾੜਿਆ ਹੋਇਆ, ਕਿਲੇ 'ਤੇ ਬੰਨਿਆ ਹੋਇਆ। ਹਰ ਬਿਨ ਬੈਲ ਬਿਰਾਨੇ ਹੋਈਏ, ਫੂਟੇ ਨਾ ਕਰਨ ਟੂਟੇ ਕਾਂਦਨ, ਕੋਦੋਂ ਕੋ ਪਸ ਖਾਈਏ, ਸਾਰੋ ਦਿਨ ਡੋਲਤ ਬਨ ਮਹੀਆ, ਅੱਜ ਉਹਨਾਂ ਪੇਟ ਅਗਾਈਐ। ਅਤੇ ਕਹਿਣਗੇ ਮੈਂ ਕੀ ਕਰਾਂ, ਜਨ ਭਗਤ ਨੂੰ ਕੋਈ ਕਹਿਓ ਨਾ ਮੰਨੋ।
ਜਦੋਂ ਤੈਨੂੰ ਗੁਰਮੁਖ ਪਿਆਰੇ ਕਹਿੰਦੇ ਨੇ ਭਾਈ ਆਪਣੀ ਕਿਰਤ ਕਮਾਈ ਕਰ, ਪਰਿਵਾਰ ਪਾਲ, ਪਰ ਸੁਰਤ ਆਪਣੇ ਗੁਰੂ ਚਰਨਾਂ 'ਚ ਟਿਕਾ। ਤੈਨੂੰ ਬਚਾਉਣਾ ਗੁਰੂ ਕੇ ਸ਼ਬਦ ਨੇ ਹੈ। ਤੂੰ ਪਰਿਵਾਰ ਪਾਲ, ਮੁਬਾਰਕ ਤੈਨੂੰ, ਪਰ ਤੈਨੂੰ ਗੁਰੂ ਪਾਲਦਾ ਏ। ਤੂੰ ਇਹ ਨਾ ਕਰ ਕਿ ਮੈਂ ਪਰਿਵਾਰ ਪਾਲਦਾ, ਮੈਂ ਹੀ ਪਰਿਵਾਰ, ਨਹੀਂ ਨਹੀਂ, ਸਾਰਿਆਂ ਜੀਆਂ ਦਾ ਪ੍ਰਦਾਤਾ ਵਾਹਿਗੁਰੂ ਹੈ। ਤੂੰ ਆਪਣੀ ਡਿਊਟੀ, ਆਪਣਾ ਧਰਮ ਨਿਭਾ, ਅਤੇ ਨਾਲ ਆਪਣੇ ਬਾਰੇ ਚੇਤਾ ਰੱਖ ਵੀ ਆਹ ਧਰਮ ਡਿਊਟੀ ਨਿਭਾਉਂਦਿਆਂ ਨਿਭਾਉਂਦਿਆਂ ਹੀ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈਣਾ, ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣਾ। ਤਾਂ ਸਾਨੂੰ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਜੋ ਜੋ ਸਾਡੀ ਡਿਊਟੀਜ਼ ਨੇ ਪਰਿਵਾਰ ਪ੍ਰਤੀ, ਭਾਵੇਂ ਮਾਤਾ ਪਿਤਾ ਦੇ ਰੂਪ 'ਚ ਨੇ, ਭੈਣ ਭਰਾਵਾਂ ਦੇ ਰੂਪ 'ਚ ਨੇ, ਪਤੀ ਪਤਨੀ ਦੇ ਰੂਪ 'ਚ ਨੇ, 4-5 ਰਿਸ਼ਤੇ ਵੱਡੇ ਹੁੰਦੇ ਨੇ, ਉਹ ਅਸੀਂ ਨਿਭਾਈਏ, ਪੂਰੀ ਕਰੀਏ, ਤਨਦੇਹੀ ਨਾ ਕਰੀਏ। ਪਰ ਚੇਤਾ ਇਹ ਵੀ ਰੱਖੀਏ ਕਿ ਇਹ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮਿੱਤਰ ਭਾਈ, ਸਾਰੇ ਕੀ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਸੰਜੋਗੀ ਨੇ, ਸੰਜੋਗਾਂ ਕਰਕੇ ਜੁੜੇ ਹਾਂ, ਧਰਮ ਨਿਭਾਉਣੇ ਨੇ, ਡਿਊਟੀਆਂ ਪੂਰੀਆਂ ਕਰਨੀਆਂ ਨੇ, ਪਰ ਅੰਤ ਹੈ ਕੋ ਨਾ ਸਹਾਈ। ਜਦੋਂ ਮੇਰੇ ਪ੍ਰਾਣ ਛੁੱਟੇ ਸਰੀਰ ਤੋਂ, ਤਨ ਤੇ ਹੋਤ ਪ੍ਰਾਂਜ ਬਨਿਆਰ, ਟੇਰਤ ਪ੍ਰੇਤ ਪੁਕਾਰ। ਜਦੋਂ ਸਰੀਰ ਤੋਂ ਮੇਰਾ ਛੁਟਕਾਰਾ ਅਲੱਗ ਹੋ ਗਿਆ, ਇਹਨਾਂ ਭੈਣ ਭਰਾਵਾਂ ਨੇ ਮੈਨੂੰ ਪ੍ਰੇਤ ਕਹਿ ਦੇਣਾ। ਅੱਜ ਤੱਕ ਕੋਈ ਰੂਹ ਨੂੰ ਆਪਣਾ ਭੈਣ ਭਰਾ ਨਹੀਂ ਜੇ ਕਹਿ ਪਾਇਆ। ਰੂਹ ਦੇ ਨਾਲ ਕੋਈ ਸੰਬੰਧ ਜੁੜ ਕੇ ਰਾਜੀ ਨਹੀਂ। ਉਹ ਸੁਪਨਿਆਂ 'ਚ ਆ ਜਾਏ ਤੇ ਡਰ ਜਾਈਦਾ। ਉਹੀ ਮਾਤਾ ਪਿਤਾ, ਭੈਣ ਭਰਾ, ਧੀ ਪੁੱਤਰ ਕਿਉਂ ਨਾ ਹੋਵੇ, ਜਿਹਨੂੰ ਲਾਡ ਪਿਆਰ ਕਰਦੇ ਹੋ, ਮੁੱਖ ਚੁੰਮਦੇ ਹੋ ਜਿਹਦਾ, ਅਤੇ ਜੇ ਸੁਪਨੇ 'ਚ ਲਗਾਤਾਰ 2-3 ਦਿਨ ਆ ਜਾਏ ਤੇ ਭੱਜੇ ਆਉਂਦੇ, ਬਾਬਾ ਜੀ ਧਾਗਾ ਕਰਦੇ ਹੋ, ਫੂਕ ਮਾਰਦੇ ਹੋ, ਅਰਦਾਸ ਕਰਦੇ ਹੋ, ਕਿਉਂਕਿ ਹੁਣ ਉਹ ਤੋਂ ਡਰ ਆਉਂਦਾ ਹੈ, ਕਿਉਂਕਿ ਉਹ ਸਾਡਾ ਨਹੀਂ ਹੈ। ਚੇਤਨਾ ਸਭ ਜੀਵਤ ਕੋ ਵਿਵਹਾਰ, ਸਭ ਕੁਛ ਜੀਵਤ ਕੇ ਵਿਵਹਾਰ ਹੈ। ਇਹ ਗੱਲ ਸਾਨੂੰ ਸਮਝਣੀ ਹੈ। ਤੇ ਪਰ ਸਾਡਾ ਮਨ ਤੇ ਮਾਇਆ ਨਾਲ ਨਹੀਂ, ਮਾਇਆ ਦੇ ਤੰਦ ਦੇ ਸਦਕੇ ਇਸ ਪਰਿਵਾਰ ਨੂੰ, ਸੰਸਾਰ ਨੂੰ, ਮਹਾਰਾਜ ਕਹਿਣ ਲੱਗੇ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ। ਇਹਨਾਂ 'ਚ ਇੰਨਾ ਉਲਝ ਗਿਆ ਆਪਣੇ ਪਰਿਵਾਰਾਂ ਪ੍ਰਤੀ, ਆਪਣੇ ਸੰਸਾਰ ਦੇ ਜੀਆਂ, ਰਿਸ਼ਤੇ ਮਿੱਤਰਾਂ, ਨਾਤਿਆਂ ਪ੍ਰਤੀ, ਸਗੋਂ ਇਹਨਾਂ ਦੇ ਕਰਕੇ ਕਈ ਵਾਰ ਗੁਰਮੁਖ ਜਨਾਂ ਦੇ ਨਾਲ ਵੀ ਵੱਟ ਵਿਰੋਧ ਕਰਨ ਲੱਗ ਪੈਂਦਾ ਹੈ। ਬਹੁਤ ਵਾਰ ਵੇਖਿਆ ਅਸੀਂ ਆਪਣੇ ਘਰ ਪਰਿਵਾਰ ਦੇ ਨਾਲ ਲਾਲਚਾਂ ਕਰਕੇ, ਇਹਨਾਂ ਦੇ ਨਾਲ ਮੋਹ ਪ੍ਰੀਤ ਕਰਕੇ ਅਸਾਂ ਨੇ ਗੁਰਮੁਖਾਂ ਦੇ ਨਾਲ ਵੀ ਵੱਟ ਵਿਰੋਧ ਕਰਦੇ ਲੋਕ ਵੇਖੇ ਨੇ, ਝਗੜਾ ਕਰਦੇ ਵੇਖੇ ਨੇ। ਮਹਾਰਾਜ ਕਹਿੰਦੇ ਜਨ ਸਿਉ ਵਾਦ ਰਚਾਈ। ਇਹ ਜੀ, ਇਹ ਆਮ ਬੰਦਾ ਆਪਣੇ ਲਾਲਚ ਕਰਕੇ ਭਗਤਾਂ ਦੇ ਨਾਲ ਵੀ ਵੱਟ ਵਿਰੋਧ ਕਰਦਾ ਹੈ। ਕਈ ਵਾਰ ਤੇ ਵੇਖਿਆ ਭਗਤਾਂ ਦੀ ਨਿੰਦਾ ਕਰਦੇ ਨੇ, ਕਈ ਤੇ ਭਗਤਾਂ ਦੇ ਗਲ ਤੱਕ ਪੈਣ ਨੂੰ ਤਿਆਰ ਹੋ ਜਾਂਦੇ ਨੇ। ਸੰਸਾਰ 'ਚ ਅਸੀਂ ਬਹੁਤ ਸਾਰੀਆਂ ਗਾਥਾਵਾਂ ਅਤੇ ਸਾਖੀਆਂ ਭਰੀਆਂ ਪਈਆਂ ਨੇ। ਅਸੀਂ ਆਪਣੇ ਦੂਰ ਨਾ ਜਾਈਏ। ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਮਹਾਰਾਜ ਜੀ ਸਥਾਪਿਤ ਟਿਕੇ ਸਨ, ਅਤੇ ਉਦੋਂ ਲਾਲਚਾਂ ਕਰਕੇ ਆਦਿਕ ਤਪੇ ਆਦਿਕ ਸਨ, ਉਹਨਾਂ ਗੁਰੂ ਸਾਹਿਬ ਜੀ ਦੇ ਨਾਲ ਪਿੰਡ ਵਾਲਿਆਂ ਦਾ ਵਿਰੋਧ ਕਰਾਤਾ ਸੀ। ਐਸੀ ਈਰਖਾ ਚੁਗਲੀ ਦੀ ਅੱਗ ਬਾਲੀ, ਕੁਦਰਤੀ ਮੀਂਹ ਨਾ ਪਿਆ ਅਤੇ ਲੋਕਾਂ ਨੂੰ ਐਸਾ ਭੜਕਾਇਆ ਕਿ ਦੇਖੋ ਜੀ ਇਹ ਬੰਦਾ ਪਰਿਵਾਰੀ ਸੀ, ਗ੍ਰਸਤੀ ਸੀ, ਗੁਰੂ ਬਣ ਬੈਠਾ, ਇਹ 'ਤੇ ਪਾਪ ਹੈ। ਇਹ ਤਾਂ ਗ੍ਰਸਤੀ ਬੰਦਾ ਸੀ, ਇੱਕ ਦੁਕਾਨਦਾਰ ਬੰਦਾ ਸੀ, ਇਹ ਸੰਤ ਬਣ ਗਿਆ, ਪਾਪ ਹੈ। ਇਹ ਗੁਰੂ ਕਹਿਲਵਾਉਂਦਾ, ਪਾਪ ਹੈ। ਇਸ ਕਰਕੇ ਮੀਂਹ ਨਹੀਂ ਪੈਂਦਾ। ਔਰ ਪੰਚਾਇਤ ਨੂੰ ਇਕੱਠੀ ਕਰਾ ਕੇ ਕਹਿਣ ਲੱਗ ਪਏ ਜੀ ਤੁਸੀਂ ਸਾਡਾ ਪਿੰਡ ਛੱਡ ਜਾਓ। ਜਦ ਕਿ ਗੁਰੂ ਅੰਗਦ ਉਸੇ ਪਿੰਡ ਦੇ ਨੇ, ਬਾਲ ਬੱਚੇ ਉਸੇ ਪਿੰਡ 'ਚ ਰਹੇ ਪਲੇ ਨੇ, ਪਰ ਫਿਰ ਵੀ ਇਹਨਾਂ ਲੋਕਾਂ ਨੇ ਜਨ ਸਿੰਘਵਾਦ ਐਸੀ ਰਚਾਈ ਕਿ ਗੁਰੂ ਸਾਹਿਬ ਜੀ ਨੇ ਕਿਹਾ ਕੋਈ ਗੱਲ ਨਹੀਂ ਭਾਈ, ਇੱਦਾਂ ਤੇ ਇੱਦਾਂ ਹੀ ਸੀ। ਉਹ ਤਾਂ ਅਗਲੀ ਗਾਥਾ ਕਿ ਬਾਅਦ ਅਮਰਦਾਸ ਮਹਾਰਾਜ ਨੂੰ ਪਤਾ ਲੱਗਾ 2 ਦਿਨ ਬਾਅਦ, ਅਤੇ ਫਿਰ ਮਹਾਰਾਜ ਸਾਹਿਬ ਨੇ ਉਹ ਸਾਰਿਆਂ ਦੀ ਛਿੱਤਰ ਪਰੇਡ ਕਰਾਈ। ਉਸ ਤਪੇ ਨੂੰ ਫਿਰ ਜੂਲੇ 'ਚ ਪਾ ਕੇ ਦੌੜਾਇਆ। ਉਹ ਵੱਖਰੀਆਂ ਗਾਥਾਵਾਂ ਨੇ। ਉਹ ਸਿੱਖ ਦਾ ਕਰਤੱਵ ਯਾਦ ਰੱਖਣਾ, ਉਹ ਕਰਤੱਵ ਸਿੱਖ ਦਾ ਹੈ ਕਿ ਜੇਕਰ ਮੇਰੇ ਗੁਰੂ ਦੇ ਪ੍ਰਤੀ ਕੋਈ ਭਾਵ ਰੱਖਦਾ ਤਾਂ ਸਿੱਖ ਨੇ ਫਿਰ ਕੀ ਕਰਨਾ। ਪਰ ਲੋਕ ਕਰਦੇ ਨੇ। ਸਾਡੇ 'ਚ ਅੱਜ ਵੀ ਲੋਕ ਗੁਰੂ ਕੀ ਨਿੰਦਾ ਕਰਨ ਲੱਗ ਪੈਂਦੇ ਨੇ, ਜਨ ਸਿੰਘਵਾਦ ਰਚਾਈ ਕਰਦੇ ਨੇ। ਹੁਣ ਕਿਉਂ ਕਰਦੇ ਨੇ? ਮਹਾਰਾਜ ਕਹਿੰਦੇ ਕਿ ਮਾਇਆ ਮਗਨ ਐਨਸ ਮਗ ਜੋ ਹੈ। ਮਾਇਆ ਦੇ ਵਿੱਚ ਇੰਨਾ ਮਗਨ ਹੋ ਗਿਆ। ਮਾਇਆ ਇਸੇ ਕਰਕੇ ਅਗਿਆਨਤਾ ਦਾ ਸਰੂਪ ਹੈ, ਮਾਇਆ ਅੰਧਕਾਰ ਸਰੂਪ ਹੈ, ਮਾਇਆ ਮੱਤ ਮਾਰ ਦਿੰਦੀ ਜੇ। ਜਿਉਂ-ਜਿਉਂ ਮਾਇਆ ਕਿਸੇ ਦੀ ਵਧੀ, ਇੱਥੇ ਮਾਇਆ ਕੋਲ ਰੁਪਏ ਨਹੀਂ ਜੇ, ਸੰਸਾਰ ਦਾ ਗਲਬਾ ਜਿਉਂ-ਜਿਉਂ ਕਿਸੇ ਦੇ ਉੱਤੇ ਵੱਧ ਕੇ ਪੈਂਦਾ ਹੈ, ਤਿਉਂ-ਤਿਉਂ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਤਿਉਂ-ਤਿਉਂ ਮਨੁੱਖ ਨੂੰ ਅਸਲੀਅਤ ਦਾ ਭੇਦ ਸਮਝ ਨਹੀਂ ਆਉਂਦਾ। ਉਹ ਉਮਰਾਂ ਵਡੇਰੀਆਂ ਲੰਘ ਜਾਂਦੀਆਂ, ਪਰ ਅਸਲੀਅਤ ਦਾ ਭੇਦ ਸੰਸਾਰ ਦੇ ਮਨੁੱਖਾਂ ਨੂੰ ਸਮਝ ਨਹੀਂ ਰੱਖਦਾ। ਜੋ ਮੈਂ ਕਰਦਾ ਉਹੀ ਠੀਕ ਹੈ, ਜੋ ਮੈਂ ਕਰਦਾ ਉਹੀ ਠੀਕ ਹੈ।
ਉਹਦੇ ਉੱਤੇ ਫਿਰ ਜਿਵੇਂ ਕੁੰਜ ਚੜ੍ਹ ਜਾਂਦੀ ਨਾ ਸੱਪ 'ਤੇ, ਅਤੇ ਫਿਰ ਉਦੋਂ ਜੋ ਕੁੰਜ ਚੜ੍ਹੀ ਹੋਵੇ ਸੱਪ ਨੂੰ, ਅਤੇ ਸੱਪ ਵੀ ਉਹਦਾ ਅੰਧਾ ਹੁੰਦਾ ਹੈ, ਉਹਨੂੰ ਸੁੱਝਦਾ ਕੁਝ ਨਹੀਂ। ਪਰ ਸੱਪ ਦੀ ਕੁੰਜ ਤਾਂ ਕੁਝ ਸਮੇਂ ਬਾਅਦ ਲੈ ਜਾਂਦੀ ਹੈ, ਅਤੇ ਕੁਦਰਤ ਦਾ ਤਰੀਕਾ ਇਹੋ ਜਿਹਾ ਹੈ ਕਿ ਉਹ ਸਾਲ ਬਾਅਦ ਕੁੰਜ ਲੈ ਜਾਂਦੀ ਹੈ ਅਤੇ ਸੱਪ ਫਿਰ ਨਵਾਂ ਤਰੋ ਤਾਜ਼ਾ ਹੋ ਕੇ ਲੰਘ ਜਾਂਦਾ ਹੈ। ਪਰ ਸਾਡੀ ਤਾਂ ਅਹੰਕਾਰ ਦੀ ਕੁੰਜ ਲੈਂਦੀ ਨਹੀਂ, ਸਾਨੂੰ ਤਾਂ ਦਿਸਦਾ ਹੀ ਕੁਛ ਨਹੀਂ। ਸਾਡੀ ਤਾਂ ਮੱਤ 'ਤੇ, ਸਾਡੇ 'ਤੇ ਗਿਆਨ ਦੇ ਨਿੱਤਰਾਂ 'ਤੇ ਐਸਾ ਅਹੰਕਾਰ ਦਾ ਪੜਦਾ ਪੈਂਦਾ ਕਿ ਸਾਨੂੰ ਨਾ ਗੁਰੂ ਸੁਝਦਾ। ਕਈ ਵਾਰ ਐਸਾ ਵੇਖਿਆ ਸੰਸਾਰ ਵਿੱਚ, ਇਹ ਲੋਭ ਲਾਲਚਾਂ ਦਾ ਪੜਦਾ ਕਈ ਵਾਰ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਵਿਅਕਤੀ ਗੁਰੂ ਤੇ ਖੈਰ ਛੱਡੇ, ਆਪਣੇ ਭੈਣ ਭਰਾਵਾਂ ਪ੍ਰਤੀ ਨਫ਼ਰਤਾਂ ਕਰਦਾ ਹੈ, ਆਪਣੇ ਧੀਆਂ ਪੁੱਤਰਾਂ ਭੈਣ ਭਰਾਵਾਂ ਪ੍ਰਤੀ ਨਫ਼ਰਤ ਦੀ ਭਾਵ ਲੱਗ ਪੈਂਦਾ ਹੈ, ਕਿਉਂਕਿ ਮੈਂ ਦਾ ਦਾਇਰਾ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਇਸ ਨੂੰ ਮੈਂ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਸ਼ਾਇਦ ਇਸੇ ਕਰਕੇ ਮਹਾਰਾਜ ਨੇ ਮੇਰੀ ਕਰਤੇ ਜਨਮ ਗਇਓ, ਸਾਰਾ ਜਨਮ ਜੀਵਨ ਦਾ ਮੈਂ ਕਰਦਿਆਂ ਗੁਜ਼ਰ ਜਾਂਦਾ ਹੈ, ਮਗਨ ਹੋ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਅਹਨਿਸ ਅੰਧਿਆਰ ਹੈ, ਅਹਨਿਸ ਦਿਨ ਰਾਤ ਮੈਂ ਕਰਤ ਦਿਮਾਗ ਜੋ ਹੈ ਦੇਖਦਾ ਹੈ, ਨਾਮ ਨਾ ਲੇਵੈ। ਉਹ ਵਾਹਿਗੁਰੂ ਜੀ ਦਾ ਨਾਮ ਜਿਸ ਸਦਕੇ ਇਹ ਮਾਇਆ ਦਾ ਪਰਦਾ ਟੁੱਟਦਾ ਏ, ਜਿਸ ਦੇ ਸਦਕੇ ਮਾਇਆ ਦਾ ਇਹ ਗਲਬਾ ਕਮਜ਼ੋਰ ਹੁੰਦਾ, ਉਹ ਨਾਮ ਤੇ ਲੈਂਦਾ ਹੀ ਨਹੀਂ। ਮਾਇਆ ਦਾ ਇੰਨਾ ਪ੍ਰਭਾਵ ਪੈਂਦਾ ਕਿ ਇਹਦੇ ਮੁੱਖੋਂ ਰਾਮ ਤੇ ਨਿਕਲਦਾ ਹੀ ਨਹੀਂ, ਮੁੱਖੋਂ ਵਾਹਿਗੁਰੂ ਤੇ ਨਿਕਲਦਾ ਹੀ ਨਹੀਂ। ਅਸਾਂ ਨੂੰ ਆਪਣੇ ਆਪ ਨੂੰ ਦੇਖਣਾ ਹੋਵੇ ਨਾ ਕਿ ਸਾਡੀ ਅੰਦਰ ਤੇ ਚੇਤਨ ਪੱਖ ਕਿੱਥੇ ਹੈ। ਮੰਨ ਲਓ ਅਸੀਂ ਉੱਠਦੇ ਹਾਂ ਕਿਸੇ ਕਾਰਨ, ਕਦੇ ਹੁੰਦਾ ਨਾ ਉੱਠਣ ਲੱਗੇ ਕਿਸੇ ਕਾਰਨ ਸਰੀਰ ਸਾਥ ਨਹੀਂ ਤੇ ਹਾਏ ਰੱਬਾ ਹਾਏ ਕਰਕੇ ਉੱਠਦੇ ਹਾਂ, ਕੀ ਸਾਡੇ ਮੁੱਖੋਂ ਤੋਂ ਵਾਹਿਗੁਰੂ ਨਿਕਲਦਾ ਹੈ? ਜਿਹਨੂੰ ਤਕੀਆ ਕਲਾਮ ਉਰਦੂ 'ਚ ਕਹਿੰਦੇ ਨੇ, ਗਾਹੇ ਬਗਾਹੇ ਅਚਾਨਕ ਮੂੰਹ ਸ਼ਬਦ ਕੀ ਨਿਕਲਦਾ ਹੈ। ਹਾਲਾਂਕਿ ਗੱਲ ਕਹਿਣੀ ਔਖੀ ਇੱਕ ਦੂਜੇ ਨੂੰ। ਅਚਾਨਕ ਜਦੋਂ ਕੋਈ ਖੁਸ਼ੀ ਜਾਂ ਗਮੀ ਅਚਾਨਕ ਸਾਡੇ ਸਨਮੁਖ ਆਉਂਦੀ, ਸਾਡੇ ਮੁੱਖੋਂ ਕੀ ਨਿਕਲਦਾ ਹੈ? ਤੇ ਖਿਮਾ ਕਰਨਾ, ਬਹੁਤ ਲੋਕ ਨੇ ਜਿਨ੍ਹਾਂ ਦੇ ਮੁੱਖੋਂ ਅਪ ਸ਼ਬਦ ਨਿਕਲਦਾ ਹੈ, ਕੋਈ ਬੋਲ ਨਿਕਲਦਾ, ਫਿੱਕਾ ਬੋਲ ਨਿਕਲਦਾ ਹੈ। ਐਸੇ ਨਹੀਂ, ਪਿਆਰੇ ਉਹ ਵੀ ਨੇ ਜਿਨ੍ਹਾਂ ਦੇ ਮੁੱਖੋਂ ਵਾਹਿਗੁਰੂ ਨਿਕਲਦਾ ਹੈ। ਜੋ ਕਰਤੱਵ ਅਚਰਜਦਾ ਹੁੰਦਾ ਹੈ ਤਦ ਵੀ ਵਾਹਿਗੁਰੂ ਨਿਕਲਦਾ ਹੈ, ਦੁੱਖ ਵਰਤਦਾ ਹੈ ਤਦ ਵੀ ਵਾਹਿਗੁਰੂ ਮੁੱਖੋਂ ਨਿਕਲਦਾ ਹੈ। ਗੁਰਦੇਵ ਕਿਰਪਾ ਕਰਨ ਸਾਡੇ ਮੁੱਖੋਂ ਵਾਹਿਗੁਰੂ ਧੰਨ ਗੁਰੂ ਨਾਨਕ ਨਿਕਲੇ। ਲੇਕਿਨ ਬਹੁਤ ਦੁਨੀਆ ਲੋਕ ਉਹ ਨੇ ਜਿਨ੍ਹਾਂ ਦੇ ਮੁੱਖੋਂ ਉਸ ਵਕਤ ਵੀ ਅਪਸ਼ਬਦ ਨਿਕਲਦੇ ਨੇ, ਫਿੱਕੇ ਬੋਲ ਨਿਕਲਦੇ। ਲੋਕਾਂ ਤਕੀਆ ਤਲਾਮ ਗਾਲੀ ਗਲੋਚ ਭਰਿਆ ਪਿਆ ਹੈ, ਪਤਾ ਹੀ ਨਹੀਂ ਹੈ ਕੀ ਬੋਲ ਰਹੇ ਆ, ਕਿਉਂ ਬੋਲ ਰਹੇ ਆ। ਔਰ ਦਾਰਸ਼ਨਿਕ ਲੋਕ ਮੰਨਦੇ ਨੇ ਤੁਹਾਡਾ ਬੋਲਿਆ ਹਰ ਬੋਲ ਇੱਕ ਬੀਜ ਹੈ, ਤੁਸੀਂ ਜੋ ਬੋਲ ਰਹੇ ਹੋ ਨਾ ਇਹਦਾ ਨਤੀਜਾ ਤੁਹਾਨੂੰ ਭੁਗਤਣਾ ਪਏਗਾ, ਇਸੇ ਰੂਪ 'ਚ ਹੀ ਮਿਲੇਗਾ ਔਰ ਇਹ ਤੋਂ ਵੱਧ ਕੇ ਮਿਲੇਗਾ। ਇਸੇ ਕਰਕੇ ਸਾਡੇ ਸਮਾਜ 'ਚ ਅਪਸ਼ਬਦ ਤੇ ਫਿੱਕੇ ਬੋਲਣ ਦਾ ਬਹੁਤਾਤ ਹੈ। ਸਾਡੇ ਮੁਖ 'ਤੇ ਲੋਕ ਗਾਲਾਂ ਕੱਢਦੇ, ਤਾਂ ਕਿਉਂ? ਤੁਸੀਂ ਆਪ ਕੱਢ ਦਿਓ, ਤੁਹਾਨੂੰ ਸੁਣਨੀਆਂ ਪੈਂਦੀਆਂ ਨੇ। ਜੇ ਕੱਢਣਾ ਗਾਲਾਂ ਬੰਦ ਕਰ ਦਿਓ, ਤੁਹਾਨੂੰ ਕੋਈ ਗਾਲ ਨਹੀਂ ਕੱਢੇਗਾ। ਪਰ ਕਰਕੇ ਦੇਖੋ, ਪਰ ਇਹਦੇ ਵਾਸਤੇ ਲੰਬਾ ਅਭਿਆਸ ਕਰਨਾ, ਇੱਕ ਦਿਨ ਦੀ ਗੱਲ ਨਹੀਂ ਹੈ। ਨਿਤਾ ਪ੍ਰਤੀ ਕੰਟਰੋਲ ਕਰਨਾ ਪੈਣਾ ਆਪਣੀ ਜ਼ੁਬਾਨ 'ਤੇ। ਸ਼ਾਇਦ ਇਸੇ ਕਰਕੇ ਸਿਆਣੇ ਕਹਿੰਦੇ ਨੇ, ਜਿਹੜਾ ਮਨੁੱਖ ਆਪਣੀ ਰਸਨਾ ਤੇ ਜ਼ੁਬਾਨ 'ਤੇ ਕੰਟਰੋਲ ਕਰ ਲੈਂਦਾ ਨਾ, ਉਹ ਦੋ ਪ੍ਰਕਾਰ ਦੇ ਰੋਗਾਂ ਤੋਂ ਬਚ ਜਾਂਦਾ ਹੈ। ਜਿਸ ਵਿਅਕਤੀ ਦਾ ਪਹਿਲੇ ਪੱਧਰ 'ਤੇ ਖਾਣ ਪੀਣ ਲੱਗਿਆ ਆਪਣੀ ਜ਼ੁਬਾਨ ਦੇ ਸਵਾਦਾਂ 'ਤੇ ਕੰਟਰੋਲ ਹੈ, ਉਹ ਘੱਟ ਬਿਮਾਰ ਹੋਏਗਾ, ਕਿਉਂਕਿ ਜਿਹਦੀ ਖੁਰਾਕ 'ਤੇ ਕੰਟਰੋਲ ਹੈ ਉਹ ਘੱਟ ਬਿਮਾਰ ਹੋਏਗਾ। ਅਤੇ ਜਿੱਦਾਂ ਬੋਲਣ ਦੇ ਰਸਤੇ ਆਪਣੀ ਜ਼ੁਬਾਨ 'ਤੇ ਕੰਟਰੋਲ ਹੈ, ਉਹਦੇ ਆਲੇ ਦੁਆਲੇ ਕਲੇਸ਼ ਘੱਟ ਪੈਣਗੇ, ਕਿਉਂਕਿ ਬੋਲਣ ਲੱਗਿਆ ਵੀ ਕੰਟਰੋਲ ਹੈ ਅਤੇ ਖਾਣ ਲੱਗਿਆ ਵੀ ਕੰਟਰੋਲ ਹੈ। ਮਹਾਰਾਜ ਲੇਕਿਨ ਕੀ ਕਰੀਏ, ਸੰਸਾਰ ਦੇ ਲੋਕ ਤਾਂ ਮਾਇਆ ਮਗਨ ਅਹਨਿਸ ਮਗ ਜੋ ਹੈ, ਮਾਇਆ ਵਿੱਚ ਇਤਨਾ ਮਗਨ ਹੈ ਕਿ ਦਿਨ ਰਾਤ ਉਸੇ ਚੱਕਰ 'ਚ ਹੈ। ਨਾਮ ਨਾ ਲੇਵੈ, ਨਾਮ ਨਹੀਂ ਜਪਦਾ ਅਤੇ ਉਲਟਾ ਸਗੋਂ ਝੂਠ ਬੋਲਦਾ। ਮਰੈ ਬਿਖ ਖਾਈ, ਜਿਵੇਂ ਕਿਸੇ ਨੇ ਜ਼ਹਿਰ ਖਾ ਲਿਆ ਹੋਵੇ ਅਤੇ ਜ਼ਹਿਰ ਖਾਣ ਤੋਂ ਬਾਅਦ ਮਰਨਾ ਹੀ ਹੈ ਨਾ। ਬੜਾ ਪਿਆਰਾ ਇੱਕ ਬਚਨ ਹੈ ਮਹਾਰਾਜ, ਮਹੁਰਾ ਹੋਵੇ ਹੱਥ ਮਰੀਏ ਚੱਖੀਏ। ਕਿਤੇ ਸਾਨੂੰ ਜ਼ਹਿਰ ਦਾ ਟੁਕੜਾ ਮਿਲ ਗਿਆ ਅਤੇ ਇੱਕ ਬੰਦੇ ਨੂੰ ਅੰਮ੍ਰਿਤ ਦਾ ਟੁਕੜਾ ਮਿਲ ਗਿਆ। ਹੁਣ ਉਹਨੇ ਅੰਮ੍ਰਿਤ ਮੂੰਹ 'ਚ ਪਾ ਲਿਆ, ਉਹ ਤਾਂ ਜੀਵਨ ਆਨੰਦ ਲਏਗਾ। ਅਤੇ ਜੇ ਮਹੁਰਾ ਜ਼ਹਿਰ ਕਹਿੰਦੇ ਆਪਾਂ, ਮਹੁਰਾ ਹੋਵੇ ਹੱਥ, ਮਹੁਰਾ ਹੱਥ ਵਿੱਚ ਹੈ, ਕੋਈ ਨੁਕਸਾਨ ਸਾਡਾ ਨਹੀਂ। ਜ਼ਹਿਰੀਲੀ ਵਸਤੂ ਸਾਡੇ ਹੱਥ ਵਿੱਚ ਹੈ, ਕੋਈ ਨੁਕਸਾਨ ਨਹੀਂ। ਪਰ ਜੇ ਜ਼ਹਿਰੀਲੀ ਵਸਤੂ ਅਸੀਂ ਖਾ ਲਈ ਅਤੇ ਫਿਰ ਮਰੀਏ ਨਾ, ਐਸਾ ਹੋ ਨਹੀਂ ਸਕਦਾ। ਇਵੇਂ ਹੀ ਸਿਆਣੇ ਦਾਰਸ਼ਨਿਕ ਕਹਿੰਦੇ ਨੇ ਕਿ ਮਾਇਆ ਜ਼ਹਿਰੀਲੀ ਹੈ, ਹੱਥ ਵਿੱਚ ਹੋਏ ਕੋਈ ਨੁਕਸਾਨ ਨਹੀਂ, ਇਹ ਪਾਕਟ ਵਿੱਚ ਹੋਵੇ, ਬਟੂਏ 'ਚ ਹੋਵੇ, ਖਜ਼ਾਨੇ 'ਚ ਹੋਵੇ, ਕੋਈ ਨੁਕਸਾਨ ਨਹੀਂ। ਪਰ ਦਿਲ ਦਿਮਾਗ 'ਤੇ ਨਾ ਹੋਵੇ,
ਦਿਲ ਦਿਮਾਗ ਤੇ ਹੋਈ ਤੇ ਫਿਰ ਮਾਰੇਗੀ। ਤੇ ਜੇ ਮਾਇਆ ਤੇ ਸਾਡੇ ਬਹੁਤੇ ਜੀਆਂ ਦੇ ਦਿਲ ਦਿਮਾਗ 'ਚ ਮਾਇਆ ਹੈ, ਬਟੂਏ ਖਜ਼ਾਨੇ 'ਚ ਹੈ ਕਿ ਨਹੀਂ ਪਤਾ ਨਹੀਂ, ਇਹ ਤੇ ਆਪੋ ਆਪਣਾ ਪਤਾ ਹੋਏਗਾ ਕਿੰਨੀ ਕੁ ਹੈ, ਪਰ ਦਿਲ ਦਿਮਾਗ ਸਾਡੇ ਬਹੁਤ ਹੈ। ਦਿਨ ਰਾਤ ਅਸੀਂ ਇਹਦੀਆਂ ਗੱਲਾਂ, ਤੇ ਇਹ ਜ਼ਹਿਰ ਹੈ। ਮਹਾਰਾਜ ਕਹਿਣ ਲੱਗੇ ਹਾਲਾਤ ਇਹਦੀ ਇਹ ਕਿ ਮਰੈ ਬਿਖ ਖਾਈ। ਹੁਣ ਇਹਦਾ ਬਾਹਰਲਾ ਸਰੂਪ ਦੇਖਣਾ ਸਾਡੀ ਬਾਹਰਲੀ ਸਰੂਪ ਚੇਤਨਾ ਦਾ ਸਰੂਪ ਹੈ। ਗੰਧਣ ਵੈਣ ਰੱਤਾ ਹਿਤਕਾਰੀ। ਗੰਧਣ ਵੈਣ ਉਹਨੂੰ ਕਹੀਏ ਜਿਹੜੇ ਕੱਚੇ ਪਿੱਲੇ ਗੀਤ ਹੁੰਦੇ ਨੇ, ਘਟੀਆ ਪੱਧਰ ਦੇ ਗੀਤ ਹੁੰਦੇ ਨੇ, ਜਿਨ੍ਹਾਂ ਗੀਤਾਂ ਬੋਲਾਂ 'ਚ ਅਸ਼ਲੀਲਤਾ ਪ੍ਰਗਟ ਹੁੰਦੀ ਹੈ, ਗੁੰਡਾਗਰਦੀ ਪ੍ਰਗਟ ਹੁੰਦੀ ਹੈ, ਮਾੜੇ ਤੱਤ ਵਿਚਾਰਾ ਗਾਣਿਆਂ 'ਚ। ਲੋਕ ਕਿਉਂ ਸਿਆਣੇ ਕਹਿੰਦੇ ਨੇ ਵੀ ਮਾੜੇ ਗਾਣੇ ਮਾੜੇ ਬੋਲ, ਜਿਨ੍ਹਾਂ ਦੇ ਰਾਹੀਂ ਸਮਾਜਿਕਤਾ ਦਾ ਘਾਣ ਪੈਂਦਾ ਹੈ, ਜਿਹਦੇ ਰਾਹੀਂ ਰਿਸ਼ਤਿਆਂ 'ਤੇ ਨੁਕਸਾਨ ਹੁੰਦਾ ਹੈ। ਸਾਡੇ 'ਚ ਬਹੁ ਗਿਣਤੀ ਉਹਨਾਂ ਗੀਤਾਂ ਨੂੰ ਪ੍ਰਮੋਟ ਕਰ ਰਹੀ ਹੈ, ਬਹੁ ਗਿਣਤੀ ਉਹਨਾਂ ਨੂੰ ਸੁਣ ਰਹੀ ਹੈ, ਔਰ ਉਹਨਾਂ ਗਾਉਣ ਵਾਲਿਆਂ ਨੂੰ ਤੁਸੀਂ ਵੱਡੇ ਵੱਡੇ ਰਕਮਾਂ ਦੇ ਕੇ ਅਖਾੜੇ ਲਵਾਉਂਦੇ ਹੋ। ਉਹਨਾਂ ਦੇ ਵਿਆਹਾਂ ਸ਼ਾਦੀਆਂ 'ਤੇ ਕੀ ਕਰਦੇ ਹੋ? ਕੀਰਤਨ ਕਰਨ ਵਾਲੇ ਦੀ ਤੇ ਉਹਨਾਂ ਗਾਉਣ ਵਾਲਿਆਂ ਦੀ ਕਿੰਨੀ ਕੁ ਰਿਸਪੈਕਟ ਤੇ ਇੱਜ਼ਤ ਫਰਕ ਹੈ, ਇਹ ਸਾਡੇ ਨਿੱਤ ਘਰਾਂ 'ਚ ਹੁੰਦਾ ਹੈ। ਰੋਜ਼ ਅਸੀਂ ਦੇਖਦੇ ਹਾਂ ਕੀਰਤਨ ਕਰਨ ਵਾਲੇ ਉੱਥੇ ਜਾਂਦਾ ਹੈ ਤੇ ਆਰਕੈਸਟਰਾ ਵੀ ਉੱਥੇ ਜਾਂਦਾ ਹੈ। ਹੁਣ ਉਹਨਾਂ ਦੋਹਾਂ ਦੀ ਰਿਸਪੈਕਟ 'ਚ ਕਿਤਨਾ ਫਰਕ ਹੈ, ਕਿਤਨੀ ਕੀਮਤ 'ਚ ਫਰਕ ਹੈ। ਇਹੀ ਤੁਸੀਂ ਪ੍ਰਮੋਟ ਕਰ ਰਹੇ ਹੋ ਕਿ ਤੁਸੀਂ ਗੁਰਬਾਣੀ ਨੂੰ ਪ੍ਰਮੋਟ ਕਰ ਰਹੇ ਹੋ ਕਿ ਉਸ ਆਰਕੈਸਟਰਾ ਨੂੰ ਪ੍ਰਮੋਟ ਕਰ ਰਹੇ ਹੋ। ਉਹ ਕੀ ਕਰ ਰਿਹਾ ਤੇ ਉਹ ਕੀ ਕਰ ਰਿਹਾ, ਦੋਨਾਂ ਦੇ 'ਚ ਫਰਕ ਹੈ। ਚੇਤਾ ਰੱਖਣਾ, ਇੱਕ ਅੰਮ੍ਰਿਤ ਵੰਡ ਰਿਹਾ ਜੇ ਤੇ ਇੱਕ ਜ਼ਹਿਰ ਵੰਡ ਰਿਹਾ ਜੇ। ਪਰ ਅਸੀਂ ਅੰਮ੍ਰਿਤ ਵੰਡਣ ਵਾਲੇ ਨੂੰ ਕੇਵਲ ਟਾਈਮ ਪਾਸ ਵਾਸਤੇ ਬੁਲਾਉਂਦੇ ਹਾਂ, ਅਤੇ ਜੋ ਜ਼ਹਿਰ ਵੰਡ ਰਿਹਾ ਹੁੰਦਾ ਉਸ ਨੂੰ ਮੇਨ ਟਾਈਮ 'ਤੇ ਅਸੀਂ ਸਾਰਾ ਕੁਛ ਪ੍ਰਮੋਸ਼ਨ ਉਹਨੂੰ ਦੇ ਰਹੇ ਹਾਂ, ਅਤੇ ਨਤੀਜਨ ਸਾਡੇ ਘਰ ਪਰਿਵਾਰ ਸੰਸਾਰ 'ਚ ਫਿਰ ਜ਼ਹਿਰ ਹੀ 'ਤੇ ਫੈਲੇਗਾ, ਫਿਜ਼ਾਂ 'ਚ ਜ਼ਹਿਰ 'ਤੇ ਹੋਏਗਾ। ਸਾਡੇ ਫਿਰ ਕਿਉਂ ਰੋਂਦੇ ਹਾਂ ਕਿ ਸਾਡੇ ਘਰ ਸੁੱਖ ਨਹੀਂ, ਸਾਡੇ ਸਮਾਜ ਵਿੱਚ ਸੁੱਖ ਨਹੀਂ, ਸਾਡੇ ਦੇਸ਼ ਸਾਡੀ ਕੌਮ 'ਚ ਸੁੱਖ ਨਹੀਂ, ਕਿਉਂਕਿ ਅਸੀਂ ਪ੍ਰਮੋਟ ਤੇ ਉਹਨੂੰ ਕਰਦੇ ਹਾਂ ਜੋ ਹਵਾ 'ਚ ਜ਼ਹਿਰ ਫੈਲਾ ਰਿਹਾ। ਪਰ ਕਰ ਇਹ ਗੰਧਣ ਵੈਣ ਹੈ, ਮਾੜੇ ਬੋਲ ਨੇ, ਕੁਬੋਲ ਨੇ। ਦਾਰਸ਼ਨਿਕ ਲੋਕ ਕਹਿੰਦੇ ਨੇ ਜਿਸ 'ਚੋਂ ਮਾੜੀ ਸੁਗੰਧ ਆਵੇ ਉਹ ਦੁਰਗੰਧ ਹੋਵੇ, ਜਿਸ 'ਚੋਂ ਮਾੜੀ ਫਿਜ਼ਾ ਆਮ ਤੌਰ 'ਤੇ ਹੁੰਦਾ ਹੈ, ਜੋ ਗੰਧਰਵਤਾ ਦੇ ਸੰਸਾਰ ਦੇ ਬੋਲ ਨੇ, ਇਹਨਾਂ ਜੁੜੇ ਹੋਏ ਸੀ। ਪਰ ਕੀ ਕਰਦੇ? ਸ਼ਬਦ ਹੈ ਸੁਰਤ ਨ ਆਈ। ਸਾਨੂੰ ਸ਼ਬਦ ਦੇ ਬਾਰੇ ਸਮਝ ਹੀ ਨਹੀਂ ਹੈ ਵੀ ਗੁਰਬਾਣੀ ਕੀ ਕਹਿੰਦੀ। ਅੰਮ੍ਰਿਤ ਰਸ ਮੀਠਾ ਹੈ, ਅਸਾਂ ਦਾ ਧਿਆਨ ਇਸ ਪਾਸੇ ਲੱਗਦਾ ਹੀ ਨਹੀਂ। ਅੱਜ ਵੀ ਸ਼ੁਕਰ ਹੈ ਅਸੀਂ ਕੀਰਤਨ ਸੁਣਦੇ, ਨਹੀਂ ਤੇ ਆਮ ਤੌਰ 'ਤੇ ਵਿਵਾਹਾਂ ਦੇ ਸਮਿਆਂ 'ਤੇ ਜਦੋਂ ਕੀਰਤਨ ਕਰਦੇ ਹੁੰਦੇ ਨੇ, ਕਿਸੇ ਦਾ ਧਿਆਨ ਕੀਰਤਨ ਥੋੜ੍ਹਾ ਹੁੰਦਾ ਹੈ। ਹੁਣ ਤਾਂ ਦੇਖਿਆ ਅਫਸੋਸ ਇਸ ਗੱਲ ਦਾ ਹੈ, ਅਸੀਂ ਤਾਂ ਮ੍ਰਿਤਕ ਸਮਾਗਮ 'ਤੇ ਵੀ ਦੇਖੇ ਹੈ, ਧਿਆਨ ਕੀਰਤਨ 'ਚ ਨਹੀਂ ਹੈ। ਧਿਆਨ ਇੱਕ ਦੂਜੇ ਨੂੰ ਹਾਏ ਹੈਲੋ ਸ਼ਕਲ ਦਿਖਾਉਣ 'ਚ ਹੈ। ਬਸ ਕੀਰਤਨ 'ਤੇ ਟਾਈਮ ਪਾਸ ਲਈ ਸ਼ੁਰੂ ਕਰ ਦਿਓ ਜੀ, ਸ਼ੁਰੂ ਹੋ ਗਿਆ ਜੀ, ਬਸ ਅਰਦਾਸ 'ਤੇ ਖਾ ਜਾਂਗੇ ਜੀ, ਚਿਹਰਾ ਦਿਖਾ ਦਿਆਂਗੇ ਜੀ। ਨਤੀਜਾ ਕੀ? ਸਾਡੇ ਬਿਖਰਾਵਟ, ਅੰਦਰ ਟੁੱਟ। ਫਿਰ ਹਰ ਜੀ ਅੰਦਰੋਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ, ਹਰ ਜੀ ਆਪਣੇ ਨੂੰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ, ਕਿਉਂਕਿ ਅਸੀਂ ਜਿੱਥੇ ਅੰਮ੍ਰਿਤ ਸੀ, ਜਿੱਥੇ ਜੁੜਾਵ ਸੀ, ਜਿੱਥੇ ਸਾਨੂੰ ਕੁਛ ਬਲ ਮਿਲਣਾ ਸੀ, ਉਹਨੂੰ ਤਾਂ ਜੁੜ ਹੀ ਨਹੀਂ ਪਾਏ, ਜਿੱਥੇ ਟੁੱਟ ਰਹੇ। ਮਹਾਰਾਜ ਕਹਿਣ ਲੱਗੇ ਰੰਗ ਨਾ ਰਾਤਾ ਰਸ ਨਹੀਂ ਵੇਦਿਆ, ਨਤੀਜਾ ਮਨਮੁਖ ਪੱਤ ਗਵਾਈ। ਇਹਨੇ ਰੰਗ ਮਾਣਿਆ ਹੀ ਨਹੀਂ, ਰਸ ਦੇਖਿਆ ਹੀ ਨਹੀਂ, ਇੱਜ਼ਤ ਹੀ ਗਵਾਈਏ, ਇੱਜ਼ਤ ਹੀ ਮਿਟਾਈ। ਕੱਲ ਬਾਕੀ ਗੱਲਾਂ ਕੱਲ ਬੈਠ ਕੇ ਕਰਾਂਗੇ। ਪੁੱਲ ਚੁੱਕ ਦੇ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।